ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੋਂ ਬਾਅਦ ਕੌਮ ਕੋਲ ਕੋਈ ਆਗੂ ਇਸ ਲੈਵਲ ਦਾ ਨਹੀਂ ਮਿਲਿਆ ਜਿਹੜਾ ਕੌਮ ਲਈ ਸੋਚ ਸਕੇ। ਤੇ ਸਾਡੇ ਵਾਲਾ ਲਾਣਾ ਜਿਹੜਾ ਉਹ ਜਿਹੜੇ ਸਾਡੇ ਆਗੂ ਕਹਾਉਣ ਵਾਲੇ ਆ, ਕੋਈ ਦਾਲ ਦਾ ਘਪਲਾ ਕਰੀ ਜਾਂਦਾ, ਕੋਈ ਸਰੋਪਿਆਂ ਦਾ ਘਪਲਾ, ਕੋਈ ਸਬਜ਼ੀਆਂ ਦੇ ਘਪਲਿਆਂ ਤੱਕ ਗੱਲ ਆ ਗਈ ਹੈ। ਸੋ ਗੁਰੂ ਗ੍ਰੰਥ ਸਾਹਿਬ ਗਵਾਤੇ ਨੇ ਵੀ ਭਾਈ ਦਿੱਲੀ ਪੰਜਾਬ ਨਾਲ ਧੱਕਾ ਕਰੀ 1947 ਤੋਂ ਸਾਨੂੰ ਜਰਾਇਮ ਪੇਸ਼ਾ ਕੌਮ ਘੋਸ਼ਿਤ ਕੀਤਾ ਗਿਆ, ਸਾਡਾ ਪੰਜਾਬ ਵੰਡ ਲਿਆ ਗਿਆ। 84 ਵਿੱਚ ਸਾਡੇ ਤੇ ਐਡਾ ਵੱਡਾ ਤੋਪਾਂ ਟੈਂਕਾਂ ਚਾੜ ਕੇ ਅਕਾਲ ਤਖਤ ਸਾਹਿਬ ਢਾਹ ਦਿੱਤਾ ਗਿਆ। ਸਾਡੇ ਨਾਲ ਬਹੁਤ ਧੱਕੇ ਹੋਏ। ਜਦੋਂ ਆਪਾਂ ਇਹ ਗੱਲਾਂ ਪ੍ਰਚਾਰਕ ਲੋਕ ਸਟੇਜ ਤੇ ਬੋਲਦੇ ਸੀ ਤੇ ਲੋਕ ਸੋਚਦੇ ਸੀ ਇਹ ਗਰਮ ਖਿਆਲੀ ਨੇ, ਇਹ ਤੱਤੀਆਂ ਗੱਲਾਂ ਕਰਦੇ ਨੇ। 302 307 ਦਾ ਪਰਚਾ ਪਾਇਆ ਵਾ ਮੁੰਡੇ ਨਵਦੀਪ ਸਿੰਘ ਦੇ ਉੱਤੇ, ਜਿਹੜੇ ਬੰਦੇ ਨੇ ਵਾਟਰ ਕੈਨਨ ਬੰਦ ਕੀਤਾ। ਬੰਦਾ ਮਰਿਆ ਹੀ ਕੋਈ ਨਹੀਂ। 302 307 ਕਾਹਦੀ? ਉਹਨਾਂ ਦੇ ਟੱਬਰ ਤੇ 52 ਪਰਚੇ ਖੱਟੜ ਨੇ ਪਾਏ ਕਾਹਦੇ? ਇਹ ਲੋਕਾਂ ਦੇ ਆਗੂ ਨਹੀਂ ਰਹੇ। ਲੋਕ ਇਹਨਾਂ ਨੂੰ ਵੋਟ ਨਾ ਪਾਉਣਗੇ, ਨਾ ਪਾ ਰਹੇ ਸੀ। EVMਾਂ ਦੇ ਆਸਰੇ ਜਿੱਤਦੇ ਸੀਗੇ। ਉਹ ਜਿੰਨਾ ਚਿਰ ਤੱਕ EVMਾਂ ਦਾ ਸੱਪ ਮਰਿਆ ਹੋਇਆ ਸਾਡੇ ਗਲ ਪਿਆ ਰਹੇਗਾ, ਇਹ ਸਾਡੇ ਸਿਰਾਂ ਤੇ ਬੈਠੇ ਰਹਿਣਗੇ। 4 ਮਹੀਨੇ ਤੋਂ ਤੁਸੀਂ ਪੰਥਕ ਸਭਾ ਦੇ ਵਿੱਚ ਵੀ ਵਿਚਰਦੇ ਹੋ ਤੇ ਹੋਰ ਬਹੁਤ ਜ਼ਿਆਦਾ ਤੁਹਾਡਾ ਇਸ ਸੰਘਰਸ਼ ਦੇ ਵਿੱਚ ਜਿਹੜਾ ਯੋਗਦਾਨ ਵੀ ਰਿਹਾ। ਕਿਵੇਂ ਦੇਖਦੇ ਹੋ ਪੰਜਾਬ ਦੀ ਧਰਤੀ ਤੋਂ ਇਹ ਇਨਕਲਾਬ ਜਿਹੜਾ ਇੱਥੇ ਪਹੁੰਚਿਆ, ਇਹਦੇ ਵਿੱਚ ਵਧੀਆ ਕੀ ਲੱਗਿਆ ਤੁਹਾਨੂੰ, ਅੱਪ ਕੀ ਲੱਗਿਆ, ਚੜ੍ਹਦੀ ਕਲਾ ਤੁਹਾਨੂੰ ਕੀ ਲੱਗਦੀ ਹੈ? ਦੇਖੋ, ਜੇ ਮੈਂ ਪੰਜਾਬ ਦੇ ਐਂਗਲ ਤੋਂ ਵੇਖਾਂ, ਖਾਸ ਕਰਕੇ ਕਿਉਂਕਿ ਮੇਰਾ ਫੀਲਡ ਗੁਰਮਤਿ ਪ੍ਰਚਾਰ ਦਾ ਹੈ, ਜੇ ਮੈਂ ਉਸ ਐਂਗਲ ਤੋਂ ਵੇਖਾਂ ਤਾਂ ਮੈਂ ਬਿਲਕੁਲ ਪੰਥ ਨੂੰ, ਪੰਜਾਬ ਨੂੰ, ਪੰਜਾਬੀਆਂ ਨੂੰ ਜਿਹੜੇ ਅੰਦਰ ਪੰਥ ਦੀ ਹੂਕ ਹੈ, ਉਸ ਬੰਦੇ ਨੂੰ ਮੈਂ ਇਸ ਗੱਲ 'ਤੇ ਵਧਾਈ ਦੇਣੀ ਚਾਹੁੰਦਾ ਕਿ ਇਹ ਬਹੁਤ ਪੋਜ਼ੀਟਿਵ ਸਾਈਨ ਹੈ। ਕਿਉਂਕਿ 30 32 35 ਸਾਲ ਤੋਂ ਕੌਮ ਆਗੂ ਵੀ ਹੋਣੀ ਸੀਗੀ। ਕੌਮ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੋਂ ਬਾਅਦ ਕੌਮ ਕੋਲ ਕੋਈ ਆਗੂ ਇਸ ਲੈਵਲ ਦਾ ਨਹੀਂ ਮਿਲਿਆ ਜਿਹੜਾ ਕੌਮ ਲਈ ਸੋਚ ਸਕੇ, ਜਿਹੜਾ ਕੌਮ ਨੂੰ ਤਰੱਕੀ ਕਰਾ ਸਕੇ। ਪੂਰੀ ਦੁਨੀਆ ਦੀਆਂ ਕੌਮਾਂ ਅੱਜ ਪੂਰੀ ਦੁਨੀਆ ਭਰ 'ਚ ਤਰੱਕੀ ਕਰ ਰਹੀਆਂ ਨੇ, ਅਗਾਂਹ ਦੀ ਸੋਚ ਰਹੀਆਂ ਨੇ। ਅਤੇ ਸਾਡੇ ਵਾਲਾ ਲਾਣਾ ਜਿਹੜਾ ਉਹ ਜਿਹੜੇ ਸਾਡੇ ਆਗੂ ਕਹਾਉਣ ਵਾਲੇ ਆ, ਕੋਈ ਦਾਲ ਦਾ ਘਪਲਾ ਕਰੀ ਜਾਂਦਾ, ਕੋਈ ਸਰੋਪਿਆਂ ਦਾ ਘਪਲਾ, ਕੋਈ ਸਬਜ਼ੀਆਂ ਦੇ ਘਪਲਿਆਂ ਤੱਕ ਗੱਲ ਆ ਗਈ ਹੈ। ਸੋ ਗੁਰੂ ਗ੍ਰੰਥ ਸਾਹਿਬ ਗਵਾਤੇ ਨੇ। ਮਤਲਬ ਕਿੱਡੀ ਵੱਡੀ ਨਲਾਇਕੀ ਦੀ ਗੱਲ ਹੈ ਕਿ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੀ ਦੁਨੀਆ ਸਿਰ ਝੁਕਾਉਂਦੀ ਹੈ, ਅਤੇ ਸਾਡੇ ਆਗੂਆਂ ਦੇ ਨਾਂ 'ਤੇ ਇਹ ਲੱਗ ਗਿਆ ਕਿ ਉਹਨਾਂ ਸੱਚੇ ਪਾਤਸ਼ਾਹ ਹਜ਼ੂਰ ਦੇ ਸਰੂਪ ਹੀ ਜਿਹੜੇ ਆ ਉਹ ਗੁੰਮ ਕਰ ਦਿੱਤੇ ਨੇ। ਸੋ ਅਸੀਂ ਲੋਕੀ ਗਾਂਹ ਨੂੰ ਜਾ ਰਹੇ ਸੀ, ਅਸੀਂ ਪਛਾਣ ਨੂੰ ਜਾ ਰਹੇ ਸੀ। ਵੀ ਤੁਸੀਂ ਦੇਖੋ ਕਿੱਡੀ ਵੱਡੀ ਤਰਾਸਦੀ ਸੀਗੀ ਕਿ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਂ ਨਾਲ ਇਹ ਗੱਲ ਲੱਗ ਗਈ ਅਖਬਾਰਾਂ 'ਚ ਵੀ ਗੁਰੂ ਸਾਹਿਬ ਦੇ ਸਰੂਪ ਗੁੰਮ ਹੋ ਗਏ। ਦੁਨੀਆ ਦੀਆਂ ਕੌਮਾਂ ਅਗਾਂਹ ਨੂੰ ਤਰੱਕੀ ਕਰਦੀਆਂ ਨੇ ਅਤੇ ਸਾਡਾ ਲਾਣਾ ਪਛਾਣ ਨੂੰ ਤੁਰ ਪਿਆ। ਸੋ ਮਸਲਾ ਇਸ ਗੱਲ ਦਾ ਜੀ ਕਿ ਇਸ ਵਾਰੀ ਇਸ ਸੰਘਰਸ਼ ਵਿੱਚ ਇੱਕ ਚੀਜ਼ ਬਹੁਤ ਵੱਡੀ ਪੋਜ਼ੀਟਿਵ ਜਿਹੜੀ ਉਹ ਵੇਖ ਰਹੇ ਹਾਂ, ਉਹ ਹੈ ਕਿ ਪੰਜਾਬ ਦੀ ਜਵਾਨੀ ਦਾ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਜੀ, ਔਰ ਉਹਨਾਂ ਦੇ ਹੱਥਾਂ 'ਚ ਨਿਸ਼ਾਨ ਸਾਹਿਬ, ਉਹਨਾਂ ਦੇ ਮੂੰਹ 'ਤੇ ਖਾਲਸਾਈ ਜਕਾਰੇ। ਉਹ ਭਾਵੇਂ ਸਿਰਾਂ 'ਤੇ ਕੇਸ ਨਹੀਂ ਸੀ ਹੈਗੇ, ਉਹ ਪਰਨੇ ਬੰਨ੍ਹ ਕੇ ਇੱਥੇ ਆਏ ਨੇ। ਉਹਨਾਂ ਦੇ ਟਰੈਕਟਰਾਂ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਨੇ। ਔਰ ਜਿਹੜੇ ਗੀਤ ਜੋ ਸਾਡੀ ਪੁਰਾਤਨ ਕਲਾ ਹੈ, ਆਪਾਂ ਪੁਰਾਤਨ ਸਮੇਂ ਤੋਂ ਦੇਖਦੇ ਹਾਂ ਵੀ ਸਾਡੇ ਢਾਡੀ ਜੋਸ਼ੀਲੀਆਂ ਵਾਰਾਂ ਗਾ ਕੇ ਕੌਮ ਨੂੰ ਜਗਾਉਂਦੇ ਸੀ। ਇਸ ਵਾਰੀ ਉਹ ਰੋਲ ਢਾਡੀਆਂ ਵਾਲਾ, ਢਾਡੀਆਂ ਵਰਗਾ ਕਹਿ ਰਿਹਾ ਵੀ ਉਹ ਰੋਲ ਅਦਾ ਕੀਤਾ ਸਾਡੇ ਪੰਜਾਬੀ ਸਿੰਗਰਾਂ ਦੇ ਜੋਸ਼ੀਲੇ ਗਾਣਿਆਂ ਨੇ। ਚਾਹੇ ਕੰਵਰ ਗਰੇਵਾਲ ਵੀਰ ਜੀ ਦੇ ਹੋਣ, ਚਾਹੇ ਵੀਰ ਸਿੰਘ ਦੇ ਹੋਣ, ਜਿੰਨੇ ਵੀ ਕਲਾਕਾਰ ਭਰਾਵਾਂ ਨੇ। ਮਗਰੋਂ ਤਾਂ ਬਹੁਤ ਸਾਰਿਆਂ ਨੇ ਟਰੈਂਡ 'ਚ ਹੀ ਗਾਣੇ ਕਰਤੇ ਵੀ ਅੱਜ ਕੱਲ੍ਹ ਇਹ ਟਰੈਂਡ ਚੱਲਿਆ, ਪਰ ਜਿਨ੍ਹਾਂ ਨੇ ਪਹਿਲੀ ਸਟੇਜ ਦੇ ਉੱਤੇ ਕੌਮ ਦੀ ਜਵਾਨੀ ਨੂੰ, ਪੰਜਾਬ ਦੀ ਜਵਾਨੀ ਨੂੰ ਜਗਾਉਣ ਦਾ ਕੰਮ ਕੀਤਾ। ਅਤੇ ਸਟਿਲ ਨਾਓ ਜਦੋਂ ਵੀ ਇੱਥੇ ਆਪਾਂ ਸੜਕਾਂ 'ਤੇ ਸੰਘਰਸ਼ ਦੇ ਵਿੱਚ ਵੀ ਵੇਖਦੇ ਹਾਂ, ਉਹ ਗਾਣੇ ਜਿਹੜੇ ਆ ਜੋਸ਼ ਭਰਦੇ ਆ, ਵੀਰਤਾ ਭਰਦੇ ਆ। ਸੋ ਉਹ ਨੌਜਵਾਨ ਨੂੰ ਜਦੋਂ ਜਾਗਦਾ ਹੋਇਆ ਵੇਖ ਰਿਹਾ, ਜਿਹਦੇ ਬਾਰੇ ਦਿੱਲੀ ਦੀਆਂ ਸਰਕਾਰਾਂ ਹਮੇਸ਼ਾ ਨਸ਼ੇੜੀ ਕਹਿੰਦੀਆਂ ਸੀ, ਉਹ ਕਹਿੰਦੀਆਂ ਸੀ ਵੀ ਇਹਨਾਂ ਦਾ ਕੰਮ ਖਤਮ ਹੋ ਚੁੱਕਾ, ਉੜਤੇ ਪੰਜਾਬ ਦੀ ਗੱਲ ਆ ਰਹੀ ਸੀਗੀ। ਸੋ ਮੈਂ ਤਾਂ ਬਹੁਤ ਪੋਜ਼ੀਟਿਵ ਹਾਂ ਇਸ ਗੱਲ ਦੇ ਉੱਤੇ ਕਿ ਸਾਡੀ ਪ੍ਰਚਾਰਕਾਂ ਨੇ ਬਹੁਤ ਟਿੱਲ ਲਾ ਲਿਆ ਸਟੇਜਾਂ ਤੋਂ ਬੋਲ ਕੇ ਵੀ ਭਾਈ ਦਿੱਲੀ ਪੰਜਾਬ ਨਾਲ ਧੱਕਾ ਕਰੀ 1947 ਤੋਂ ਸਾਨੂੰ ਜਰਾਇਮ ਪੇਸ਼ਾ ਕੌਮ ਘੋਸ਼ਿਤ ਕੀਤਾ ਗਿਆ, ਸਾਡਾ ਪੰਜਾਬ ਵੰਡ ਲਿਆ ਗਿਆ। 84 ਵਿੱਚ ਸਾਡੇ ਤੇ ਐਡਾ ਵੱਡਾ ਤੋਪਾਂ ਟੈਂਕਾਂ ਚਾੜ ਕੇ ਅਕਾਲ ਤਖਤ ਸਾਹਿਬ ਢਾਹ ਦਿੱਤਾ ਗਿਆ। ਸਾਡੇ ਨਾਲ ਬਹੁਤ ਧੱਕੇ ਹੋਏ। ਜਦੋਂ ਆਪਾਂ ਇਹ ਗੱਲਾਂ ਪ੍ਰਚਾਰਕ ਲੋਕ ਸਟੇਜ 'ਤੇ ਬੋਲਦੇ ਸੀ ਤੇ ਲੋਕ ਸੋਚਦੇ ਸੀ ਇਹ ਗਰਮ ਖਿਆਲੀ ਨੇ, ਇਹ ਤੱਤੀਆਂ ਗੱਲਾਂ ਕਰਦੇ ਨੇ, ਇਹ ਤਾਂ ਇਹਨਾਂ ਦਾ ਕੰਮ ਹੈ, ਪ੍ਰਚਾਰਕ ਨੇ ਇਹਨਾਂ ਦਾ ਕੰਮ ਹੈ ਦਿੱਲੀ ਦੇ ਅਗੇਂਸਟ ਬੋਲਣਾ। ਅੱਜ ਜਦੋਂ ਨੌਜਵਾਨ ਵੇਖ ਰਿਹਾ ਕਿ ਸੱਚਮੁੱਚ ਦਿੱਲੀ ਲੋਕਤੰਤਰ ਦਾ ਘਾਣ ਕਰ ਰਹੀ ਹੈ। ਵੇਖੋ, ਅਸੀਂ ਪੰਜਾਬ ਵਾਲੇ ਹਾਂ ਕਹਿਣ ਨੂੰ, ਤਾਂ ਭਾਰਤ ਦੀ ਕੈਪੀਟਲ ਦਿੱਲੀ ਹੋਈ ਆ ਅਤੇ ਪੰਜਾਬ ਦੀ ਵੀ ਦਿੱਲੀ ਹੈ। ਹੁਣ ਜਦੋਂ ਪੰਜਾਬ ਦੇ ਲੋਕ ਦਿੱਲੀ 'ਚ ਕੈਪੀਟਲ 'ਚ ਬੈਠਾ ਪ੍ਰਧਾਨ ਮੰਤਰੀ ਉਹਦੇ ਨਾਲ ਗੱਲ ਕਰਨ ਆਏ ਆ ਵੀ ਤੂੰ ਕੌਣ ਹੁੰਦਾ ਭਾਈ, 3 ਕਾਲੇ ਕਾਨੂੰਨ ਸਾਡੇ ਪੁੱਛਣ ਤੋਂ ਬਿਨਾਂ ਹੀ ਤੂੰ ਥੋਪ ਤੇ ਦੇਸ਼ ਦੇ ਉੱਤੇ, ਸਾਨੂੰ ਕੋਈ ਜਵਾਬ ਦਿਓ। ਅਤੇ ਹਰਿਆਣਾ ਸਰਕਾਰ ਬੈਰੀਕੇਡ ਲਾ ਕੇ ਉਹਨਾਂ ਨੂੰ ਰੋਕਣ ਦਾ ਯਤਨ ਕਰਦੀ ਹੈ। ਇਹ ਕਿਹੜੇ ਲੋਕਤੰਤਰ ਦੇ ਅਧੀਨ ਹੋਇਆ? ਕਿਸੇ ਸੰਵਿਧਾਨ ਦੀ ਕਿਤਾਬ 'ਚ ਲਿਖਿਆ? ਸੰਵਿਧਾਨ ਦੀ ਕਿਤਾਬ 'ਚ ਇਹ ਜ਼ਰੂਰ ਲਿਖਿਆ
ਕਿ ਜਿਹੜਾ ਕਿਸਾਨੀ ਦਾ ਮਸਲਾ ਹੈ ਇਹ ਸਟੇਟ ਮੈਟਰ ਹੈ। ਸਟੇਟ ਤੈਅ ਕਰੇਗੀ ਕਿਸਾਨ ਨੇ ਕੀ ਕਰਨਾ, ਕਿੱਦਾਂ ਕਰਨਾ, ਕਿੱਦਾਂ ਵਿਕਣਾ, ਕੀ ਹੋਣਾ। ਇਹਨਾਂ ਬੰਦਿਆਂ ਨੇ ਇਸ ਮੈਟਰ ਨੂੰ, ਇਸ ਵਿਧਾਨ ਦੀ ਇਸ ਲਾਈਨ ਨੂੰ ਤੋੜ ਕੇ ਇਹ ਬਣਾਇਆ ਕਿ ਅਸੀਂ ਡਿਸਾਈਡ ਕਰਾਂਗੇ ਤੁਸੀਂ ਚੁੱਲ੍ਹੇ 'ਤੇ ਕੀ ਪਕਾਉਣਾ ਤੇ ਕੀ ਖਾਣਾ। ਹੁਣ ਕਿਉਂਕਿ ਅੰਬਾਨੀਆਂ ਤੇ ਅਡਾਨੀਆਂ ਦੇ ਘਰ ਭਰਨੇ ਆ। 150 ਕਰੋੜ ਲੋਕਾਂ ਦਾ ਜਿਹੜਾ ਇੱਥੇ ਝੁੰਡ ਵਸਦਾ, ਇਹ ਉਹਨਾਂ ਨੂੰ ਮਾਫੀ ਮੰਗ ਕੇ ਕਹਿਣਾ, ਇਹ ਕੀੜੇ ਮਕੌੜੇ ਸਮਝਦੇ ਨੇ ਵੀ ਇਹ ਇੱਥੇ ਕਮਾਈ ਕਰਨ 12 ਘੰਟੇ, ਲੱਕ ਤੜਾਉਣ ਤੇ ਖਾਣ ਵਾਸਤੇ ਸਾਰਾ ਰਸੋਈ ਦੇ ਵਿੱਚ ਹੀ ਸਮਾਨ ਸਾਡੇ ਤੋਂ ਖਰੀਦ ਲੈਣ ਤੇ ਉਹ ਸਾਰਾ ਪੈਸਾ ਸਾਡੇ ਢਿੱਡਾਂ 'ਚ ਪੈ ਜੇ। ਇਹ ਗੱਲ ਜੀ ਬੀਜੇਪੀ ਦਾ ਜਿਹੜਾ ਵਿਰੋਧ ਹੋਣਾ ਸ਼ੁਰੂ ਹੋ ਗਿਆ, ਆਪਾਂ ਪਰਸੋਂ ਵਾਲੀ ਜਿਹੜੀ ਰੈਲੀ ਹੈ ਖੱਟਰ ਦੀ ਉਹ ਦੇਖ ਸਕਦੇ ਹਾਂ। ਤੇ ਇਦਾਂ ਦੇ ਜਿਹੜੇ ਵਿਰੋਧ ਨੇ ਉਹ ਜਿਹੜੇ ਹੈਗੇ ਨੇ ਸਾਰੇ ਸੂਬਿਆਂ ਦੇ ਵਿੱਚ ਹੋਣੇ ਸ਼ੁਰੂ ਹੋਣਗੇ ਤੁਹਾਡੇ ਮੁਤਾਬਕ, ਕਿਉਂਕਿ ਉਹ ਕਹਿ ਰਹੇ ਨੇ ਵੀ ਅਸੀਂ ਸਾਰੀਆਂ ਸੀਟਾਂ ਪੰਜਾਬ ਦੇ ਵਿੱਚ ਜਿੱਤਾਂਗੇ। ਦੇਖੋ ਤੀਕਸ਼ਣ ਸੂਦ ਦਾ ਜੋ ਹੋਇਆ ਹੈ ਨਾ ਗੱਲ, ਜਾਂ ਪੰਜਾਬ ਦਾ ਪ੍ਰਧਾਨ ਜਿਹੜਾ ਉਹ ਬਾਰ-ਬਾਰ ਇੱਕ ਸਟੇਟਮੈਂਟ ਦੇ ਰਿਹਾ ਜਾਣ ਕੇ ਕਮਲਿਆਂ ਵਾਂਗ ਬਈ ਅਸੀਂ ਸਾਰੀਆਂ ਸੀਟਾਂ ਜਿੱਤਾਂਗੇ। ਉਹ ਭਾਈ ਜਿੱਤਾਂਗੇ ਕਿੱਦਾਂ ਜਿੱਤਾਂਗੇ, ਗੱਲ ਸਮਝ ਤੇ ਲੱਗੇ ਨਾ। ਮੈਂ ਚਾਹੁੰਦਾ ਪਰਮਪਾਲ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ, ਪਰ ਤੁਸੀਂ ਪੁੱਛੋਗੇ ਵੀ ਭਾਈ ਹੋਵੇਗਾ ਕਿਵੇਂ, ਤੁਹਾਡੇ ਕਹਿਣ ਨਾਲ ਤਾਂ ਹੋਰ ਨਹੀਂ ਨਾ ਜਾਣੀਆਂ। ਮਸਲਾ ਇਸ ਗੱਲ ਦਾ ਹੈ ਕਿ ਜਿਹੜਾ ਆਗੂ, ਜਿਹੜੀ ਪਾਰਟੀ ਅੱਜ ਅਕਾਲੀਆਂ ਨੂੰ ਸੜਕਾਂ ਦੇ ਉੱਤੇ ਰੋੜੇ ਪੈ ਰਹੇ ਨੇ, ਲੋਕ ਭਜਾ ਕੇ ਉਹਨਾਂ ਨੂੰ ਮਤਲਬ ਕੀ ਆਂਦੇ ਹੁੰਦੇ ਨਾ ਵੀ ਮਗਰ ਡਾਂਗ ਲੈ ਕੇ ਤੁਰੇ ਫਿਰਦੇ ਨੇ, ਉਹ ਬੇਸ਼ੱਕ ਜਿੰਨੇ ਮਰਜ਼ੀ ਸਪਸ਼ਟੀਕਰਨ ਦਿੰਦੇ ਫਿਰਨ, ਪਰ ਮਸਲਾ ਇਸ ਗੱਲ ਦਾ ਹੈ ਕਿ ਤੁਸੀਂ ਲੋਕਾਂ ਦੇ ਹੱਕਾਂ ਦੀ ਤਰਜਮਾਨੀ ਨਹੀਂ ਕੀਤੀ। ਆਗੂ ਕੌਣ ਹੁੰਦਾ? ਆਗੂ ਹੁੰਦਾ ਜਿਹੜਾ ਜਿਹਦੇ ਮਗਰ ਕੁਛ ਹੋਵੇ, ਤੇ ਜੇ ਮਗਰ ਡਾਂਗਾਂ ਵਾਲੇ ਨੇ ਤੇ ਕਾਹਦੇ ਆਗੂ ਨੇ? ਹਰਜੀਤ ਗਰੇਵਾਲ ਕਹਿ ਰਹੇ ਨੇ ਵੀ ਇਹ ਗੁੰਡੇ ਸੀਗੇ ਜਿਹੜੇ ਇੱਕਦਮ ਸਟੇਜ ਦੇ ਉੱਪਰ ਚੜ੍ਹੇ ਆਏ, ਪਰ ਇੱਕ ਪਾਸੇ ਦੂਸਰਾ ਪੱਖ ਤੁਸੀਂ ਆਪਣਾ ਵੀ ਪੇਸ਼ ਕਰਨਾ ਚਾਹੀਦਾ ਹੈ ਸਾਨੂੰ ਵੀ ਹਾਂ ਜਿਹੜੇ ਉਹ ਪਹਿਲਾਂ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਉੱਥੇ ਸੀ ਪ੍ਰੋਟੈਸਟ ਕਰਦੇ ਨਜ਼ਰੀ ਪੈ ਰਹੇ ਸੀਗੇ। ਮੈਂ ਇਹੋ ਹੀ ਗੱਲ ਬਾਰ-ਬਾਰ ਵੀਰੇ ਪੁੱਛ ਰਿਹਾ ਵੀ ਅਸੀਂ ਪੰਜਾਬ ਦੀ ਰਾਜਧਾਨੀ ਦਿੱਲੀ ਨਹੀਂ ਆ, ਸ਼ਾਂਤਮਈ ਦਿੱਲੀ ਨਾਲ ਗੱਲ ਕਰਨ ਜਾ ਰਹੇ ਸੀ, ਸਾਨੂੰ ਰੋਕਿਆ ਕਿਉਂ? 302 307 ਦਾ ਪਰਚਾ ਪਾਇਆ ਵਾ ਮੁੰਡੇ ਨਵਦੀਪ ਸਿੰਘ ਦੇ ਉੱਤੇ, ਜਿਹੜੇ ਬੰਦੇ ਨੇ ਵਾਟਰ ਕੈਨਨ ਬੰਦ ਕੀਤਾ। ਬੰਦਾ ਮਰਿਆ ਹੀ ਕੋਈ ਨਹੀਂ। 302 307 ਕਾਹਦੀ? ਉਹਨਾਂ ਦੇ ਟੱਬਰ ਤੇ 52 ਪਰਚੇ ਖੱਟੜ ਨੇ ਪਾਏ ਕਾਹਦੇ? ਮਸਲਾ ਇਸ ਗੱਲ ਦਾ, ਇਹਦਾ ਮਤਲਬ ਤੁਸੀਂ ਲੋਕਤੰਤਰ ਦੇ ਕਾਤਲ ਹੋ। ਜਿਵੇਂ 71 FRI ਜਿਹੜੀਆਂ ਹੋਈਆਂ ਨੇ ਉਹ ਇਸ ਰੈਲੀ ਨੂੰ ਲੈ ਕੇ ਕੀਤੀਆਂ ਗਈਆਂ ਨੇ। ਉਹੀ ਮਸਲਾ ਆ ਗਿਆ ਨਾ ਵੀ ਤੁਹਾਡੇ ਹੱਥ ਕੀ ਹੈ, ਤੁਹਾਡੇ ਕੋਲ ਪੁਲਿਸ ਹੈ, ਤੁਹਾਡੇ ਅੰਡਰ ਹੈ, ਤੇ ਤੁਸੀਂ ਲਿਖ ਦਿਓ ਜਿੱਦਾਂ ਮਰਜ਼ੀ। ਮੇਰੇ ਤੇ ਵੀ ਦੇਸ਼ ਧਰੋਹ ਦਾ ਪਰਚਾ ਲਿਖਤਾ ਵੀ ਆ, ਗੱਲ ਤੇ ਇਹ ਨਾ ਪ੍ਰੂਵ ਕਿਵੇਂ ਹੋਣਾ, ਗੱਲ ਤੇ ਅਗਲੇ ਨੂੰ ਖਰਾਬ ਕਰਨਾ। ਮਸਲਾ ਇਸ ਗੱਲ ਦਾ ਹੈ ਕਿ ਇਹ ਲੋਕ ਨੁਮਾਇੰਦੇ ਨਹੀਂ ਰਹੇ, ਇਹ ਲੋਕਾਂ ਦੇ ਆਗੂ ਨਹੀਂ ਰਹੇ। ਲੋਕ ਇਹਨਾਂ ਨੂੰ ਵੋਟ ਨਾ ਪਾਉਣਗੇ, ਨਾ ਪਾ ਰਹੇ ਸੀਗੇ। EVMਾਂ ਦੇ ਆਸਰੇ ਜਿੱਤਦੇ ਸੀਗੇ। ਉਹ ਜਿੰਨਾ ਚਿਰ ਤੱਕ EVMਾਂ ਦਾ ਸੱਪ ਮਰਿਆ ਹੋਇਆ ਸਾਡੇ ਗਲ ਪਿਆ ਰਹੇਗਾ, ਇਹ ਸਾਡੇ ਸਿਰਾਂ ਤੇ ਬੈਠੇ ਰਹਿਣਗੇ। ਜਿੱਦਣ ਕਿਤੇ ਲੋਕ ਜਾਗੇ, ਜਿਸ ਤਰ੍ਹਾਂ ਇਸ ਵਾਰੀ ਜਾਗੇ ਨੇ, ਲੋਕ ਲਹਿਰ ਏਡੀ ਵੱਡੀ ਭਾਰਤ ਪੱਧਰ ਦੀ ਬਣੀ ਹੈ, ਤੇ ਇਹ EVM ਵਾਲੀ ਵੀ ਜੜ ਪੱਟੀ ਗਈ, ਤੇ ਇਹ ਰਾਜ ਗੱਦੀਆਂ ਛੱਦੀਆਂ ਇਹ ਕੁਛ ਨਹੀਂ ਰਹਿਣਾ। ਲੋਕਾਂ ਨੂੰ ਜਿਹੜਾ ਹੈ ਇਹ ਵੀ ਅੱਗੇ ਮੰਗ ਰੱਖਣੀ ਚਾਹੀਦੀ ਹੈ ਵੀ ਇਸ ਮਸ਼ੀਨਾਂ ਰਾਣ ਜਿਹੜੀਆਂ ਵੋਟਾਂ ਅਸੀਂ ਨਹੀਂ ਪਾਵਾਂਗੇ। ਮੈਂ ਕਹਿੰਦਾ ਜੀ ਜਿੰਨਾ ਚਿਰ ਤੱਕ EVM ਦਾ ਗੰਦ ਗਲੋਂ ਨਹੀਂ ਲੈਂਦਾ, ਇਹ ਗੰਦ ਸਾਡੇ ਨੂੰ ਚਿੰਬੜੇ ਰਹਿਣਾ। ਦੂਜੀ ਗੱਲ ਜਿਹੜੀ ਤੁਸੀਂ ਖੱਟੜ ਦੀ ਕਹੀ ਕਿ ਵਿਰੋਧ ਕਿਉਂ ਆ, ਭਾਈ ਦੇਖੋ 4 ਮਹੀਨੇ ਹੋ ਗਏ, 4 ਮਹੀਨਿਆਂ ਤੋਂ ਕਿਸਾਨ ਠੰਡ 'ਚ ਮੜ ਰਿਹਾ, ਕੋਈ ਬੋਦਰ ਨਹੀਂ ਕਰ ਰਿਹਾ। ਅਸੀਂ ਸੜਕਾਂ ਤੇ ਬੈਠੇ ਹਾਂ, ਟਰਾਲੀਆਂ 'ਚ ਰਾਤਾਂ ਕੱਟਣ ਡਏ ਹਾਂ। ਇਹ ਬੰਦੇ ਕਹਿ ਰਹੇ ਨੇ ਅੱਤਵਾਦੀ ਨੇ, ਕਿੰਨਾ ਚਿਰ ਬਰਦਾਸ਼ਤ ਕਰੀਏ? ਕੋਈ ਮਾੜਾ ਮੋਟਾ ਰਾਹ ਤਾਂ ਦਿਖਾਓ। ਦੂਜੀ ਗੱਲ ਮੈਂ ਕਹਿੰਦਾ ਜੀ ਇਹ ਸ਼ਾਂਤਮਈ ਸੰਘਰਸ਼ ਹੈ। ਕੋਈ ਪੁਲਿਸ ਵਾਲਾ ਪਿਛਲੇ 4 ਮਹੀਨਿਆਂ ਤੋਂ ਬਾਂਹ ਖੜੀ ਕਰਕੇ ਇਹ ਗੱਲ ਕਹਿ ਦੇ ਵੀ ਮੇਰੇ ਕਿਸੇ ਧਰਨਾਕਾਰੀ ਨੇ ਥੱਪੜ ਮਾਰਿਆ, ਕੋਈ ਰੇੜੀ ਵਾਲਾ ਇੱਕ ਗੱਲ ਕਹਿ ਦੇ ਵੀ ਮੇਰੀ ਰੇੜੀ ਤੋਂ ਇੱਕ ਮੁੱਠ ਮੂੰਗਫਲੀ ਚੱਕੀ, ਇਹ ਹੈ ਕਿਰਦਾਰ ਇਸ ਧਰਨੇ ਦਾ। ਹਾਂ, ਖੱਟੜ ਦਾ ਇਹ ਲੌਂਗ ਲੈਣਾ ਤੀਕਸ਼ਣ ਸੂਦ ਹੋਣੀ, ਜਦੋਂ ਬਾਰ-ਬਾਰ ਬਕਵਾਸ ਕਰਦੇ ਸੀਗੇ, ਘਟੀਆ ਸ਼ਬਦਾਵਲੀ ਵਰਤਦੇ ਸੀਗੇ, ਇਹ ਜੀ ਪਿਕਨਿਕ ਤੇ ਬੈਠੇ, ਸਾਡੇ ਬੰਦੇ ਇੱਥੇ ਮਰ ਰਹੇ ਨੇ, ਲੋਕ ਫੱਟੜ ਹੋਏ ਬੈਠੇ ਨੇ, ਲੋਕਾਂ ਦੇ ਪਰਚੇ ਹੋਏ ਬੈਠੇ ਨੇ, ਔਰ ਤੁਸੀਂ ਸੋਚਦੇ ਹੋ ਪਿਕਨਿਕ ਤੇ ਬੈਠੇ ਨੇ। ਹੁਣ ਜਦੋਂ ਤੁਸੀਂ ਐਸੀ ਸ਼ਬਦਾਵਲੀ ਵਰਤੋਗੇ ਵੀ ਇਹ ਤਾਂ ਜੀ ਵੱਖਵਾਦੀ ਨੇ ਜੀ, ਇਹ ਅਲਗਾਵਾਦੀ ਨੇ ਜੀ, ਇਹ ਪਹਿਲਾਂ ਕਿਹਾ ਜੀ ਇਕੱਲੇ ਸਿੱਖ ਹੀ ਨੇ ਜੀ। ਹੁਣ ਜਦੋਂ ਇੱਥੋਂ ਦੇ ਜਿਹੜੇ ਹਿੰਦੂ ਭਰਾ ਸੀਗੇ, ਜਿਹੜੇ ਇਸ ਪ੍ਰੋਟੈਸਟ 'ਚ ਬੈਠੇ ਸੀ, ਉਹ ਕਹਿੰਦੇ ਜੇ ਹੱਕਾਂ ਦੀ ਗੱਲ ਕਰਨੀ ਅਸੀਂ ਖਾਲਿਸਤਾਨੀ ਹੋ ਜਾਂਦੇ ਹਾਂ, ਤੇ ਓਕੇ ਅਸੀਂ ਖਾਲਿਸਤਾਨੀ ਸਹੀ। ਇਹਦੇ ਨਾਲ ਖਾਲਿਸਤਾਨੀ ਭਾਈ ਵਧਣੇ ਆ, ਘਟਣੇ ਨਹੀਂ ਆ। ਇਹ ਗੱਲ ਸਰਕਾਰਾਂ ਨੂੰ ਸਮਝ ਲੈਣੀ ਚਾਹੀਦੀ ਹੈ। ਔਰ ਖੱਟੜ ਦਾ ਜਿਹੜਾ ਵਿਰੋਧ ਕੱਲ੍ਹ ਹੋਇਆ, ਮੈਂ ਕਹਿੰਦਾ ਉਹ ਖੱਟੜ ਨੇ ਜੋ ਬੀਜਿਆ ਸੀ ਉਹ ਵੱਢਿਆ। ਇਹ ਸ਼ੀਸ਼ਾ ਤਾਂ ਭਾਈ ਦੇਖਣਾ ਪੈਣਾ ਕਿਉਂਕਿ ਇਹ ਲੋਕਾਂ ਦੇ ਲੀਡਰ ਨੇ। ਇਹਨਾਂ ਨੂੰ ਲੀਡਰ ਕਿਹਨੇ ਬਣਾਇਆ? ਇਹਨਾਂ ਨੂੰ ਵੋਟਾਂ ਕਿਹਨੇ ਪਾਈਆਂ? ਜੇ ਲੋਕ ਵੋਟਾਂ ਨਹੀਂ ਪਾਉਂਦੇ ਤੇ ਲੀਡਰ ਕਾਹਦੇ ਨੇ? ਤੇ ਜੇ ਲੋਕਾਂ ਦੇ ਹੱਕਾਂ ਦੀ ਤਰਜਮਾ ਆਪਾਂ ਕਿਉਂ ਪਿੱਟਦੇ ਹਾਂ ਵੀ ਜੇ ਅਕਾਲ ਤਖਤ ਦਾ ਜਥੇਦਾਰ ਪੰਥ ਦੇ ਹੱਕਾਂ ਦੀ ਨੁਮਾਇੰਦਗੀ ਨਹੀਂ ਕਰਦਾ, ਪੰਥ ਦੀਆਂ ਭਾਵਨਾਵਾਂ ਦੀ ਨੁਮਾਇੰਦਗੀ ਨਹੀਂ ਕਰਦਾ, ਤਾਂ ਤੂੰ ਕਾਹਦਾ ਜਥੇਦਾਰ ਆ ਬਈ?
ਕਿਉਂਕਿ ਜਥੇਦਾਰ ਦਾ ਮਤਲਬ ਉਹ ਬੰਦਾ ਜਿਹਦੇ ਮਗਰ ਉਹਦਾ ਜਥਾ ਹੋਵੇ ਤੇ ਸਮੁੱਚਾ ਪੰਥ ਇੱਕ ਜਥੇ ਦੇ ਰੂਪ ਵਿੱਚ ਜਥੇਦਾਰ ਦੇ ਮਗਰ ਹੋਵੇ ਤੇ ਉਹ ਜਥੇਦਾਰ ਹੁੰਦਾ। ਪਰ ਉਹ ਤਾਂ ਹੀ ਜਥੇਦਾਰ ਹੋਵੇਗਾ ਨਾ ਜੇ ਉਹ ਜਥੇਦਾਰ ਪੰਥ ਦੇ ਹੱਕਾਂ ਦੀ, ਪੰਥ ਦੀਆਂ ਜੋ ਲੋੜਾਂ ਨੇ, ਪੰਥ ਦੀਆਂ ਜੋ ਨੀਤੀਆਂ ਨੇ ਉਹਨਾਂ ਦੀ ਤਰਜਮਾਨੀ ਕਰੇ। ਤੇ ਜੇ ਉਹ ਨਹੀਂ ਕਰੇਗਾ ਤਾਂ ਪੰਥ ਫਿਰ ਤੁਹਾਨੂੰ ਭਾਈ ਉਸੇ ਵੇਲੇ ਪੁੱਛੇਗਾ ਵੀ ਭਾਈ ਜਵਾਬਦੇਹੀ ਬਣਾਓ। ਹੁਣ ਜਿਹੜੇ ਲੋਕਾਂ ਨੇ ਇਹਨਾਂ ਨੂੰ ਲੀਡਰ ਚੁਣਿਆ ਸੀ ਉਹ ਇਹਨਾਂ ਤੋਂ ਜਵਾਬਦੇਹੀ ਮੰਗ ਰਹੇ ਨੇ। ਹੁਣ ਇਹ ਉਹਨਾਂ ਨੂੰ ਵੱਖਵਾਦੀ, ਅੱਤਵਾਦੀ ਤੇ ਆਪਦੇ ਮੀਡੀਆ ਦੇ ਥਰੂ ਜਿਹੜਾ ਵੰਨ-ਸਵੰਨੀ ਬਕਵਾਸ ਕਰ ਰਹੇ ਨੇ। ਸੋ ਇਹ ਲੋਕ ਉਹਨਾਂ ਨੂੰ ਸ਼ੀਸ਼ਾ ਦਿਖਾ ਰਹੇ ਨੇ। ਤਾਂ ਮੈਨੂੰ ਲੱਗਦਾ ਭਾਵੇਂ ਅਕਾਲੀ ਹੋਣ, ਕਾਂਗਰਸ ਹੋਣ, ਭਾਵੇਂ ਅਸਤੀਫਾ ਦੇਣ ਵਾਲੇ ਹੋਣ, ਭਾਵੇਂ ਅਸਤੀਫਾ ਜੇਬ 'ਚ ਰੱਖਣ ਵਾਲੇ ਹੋਣ, ਇਹਨਾਂ ਸਾਰੇ ਲੋਕਾਂ ਨੂੰ ਇਸ ਲੋਕ ਲਹਿਰ ਨੇ ਸ਼ੀਸ਼ਾ ਦਿਖਾ ਦਿੱਤਾ ਤੁਸੀਂ ਸਾਡੇ ਲੀਡਰ ਨਹੀਂ ਹੋ। ਤੁਹਾਡੀਆਂ ਪਾਰਟੀਆਂ ਜ਼ਰੂਰ ਰਜਿਸਟਰ ਹੋਈਆਂ, ਤੁਸੀਂ ਇਲੈਕਸ਼ਨ ਲੜਦੇ ਹੋ, ਮਜਬੂਰੀ 'ਚ ਸਾਨੂੰ ਸ਼ਰਾਬਾਂ ਵੰਡਦੇ ਹੋ, ਅਸੀਂ ਸ਼ਰਾਬਾਂ ਪੀ ਕੇ ਤੁਹਾਨੂੰ ਵੋਟਾਂ ਪਾ ਦਿੰਦੇ ਹਾਂ ਤੇ ਤੁਸੀਂ ਮੁੱਖ ਮੰਤਰੀ, ਫਲਾਣਾ ਮੰਤਰੀ, ਫਲਾਣਾ MP ਬਣ ਜਾਂਦੇ ਹੋ। ਪਰ ਤੁਸੀਂ ਲੋਕਾਂ ਦੇ ਨੁਮਾਇੰਦੇ ਨਹੀਂ ਹੋ। ਇਸ ਕਰਕੇ ਇਹ ਸ਼ੀਸ਼ਾ ਜਿਹੜਾ ਹੈ ਉਹ ਪੰਜਾਬ ਦੀ ਨਹੀਂ, ਭਾਰਤ ਦੀ ਸਾਰੀ ਸਿਆਸਤ ਨੂੰ ਦੇਖਣਾ ਚਾਹੀਦਾ। ਬੀਜੇਪੀ ਜਿਹੜੀ ਵਾਰ-ਵਾਰ ਕਹਿ ਰਹੀ ਹੈ ਵੀ ਜਿੱਤਾਂਗੇ, ਅਸੀਂ ਜਿੱਤਾਂਗੇ, ਅਸੀਂ ਜਿੱਤਾਂਗੇ, ਇਦਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਪੰਜਾਬ ਦੀ ਧਰਤੀ ਦੇ ਉੱਪਰ ਵੈਸੇ ਦੋ ਜਿਹੜੀਆਂ ਪਾਰਟੀਆਂ ਨੇ ਉਹ ਅਹਿਮ ਰਹੀਆਂ ਨੇ, ਕਾਂਗਰਸ ਤੇ ਅਕਾਲੀ, ਜਿਹੜੇ ਹੁਣ ਵੀ ਪਹਿਲਾਂ ਜਦੋਂ ਇਹ ਸੰਘਰਸ਼ ਸ਼ੁਰੂ ਹੋਇਆ ਤੇ ਉਹ ਕਹਿੰਦੇ ਰਹੇ ਵੀ ਅਸੀਂ ਕਿਸਾਨ ਭਰਾਵਾਂ ਦੇ ਨਾਲ ਖੜੇ ਹਾਂ। ਫਿਰ ਜਿਹੜੇ ਉਹ ਪ੍ਰਧਾਨ ਸਾਹਿਬ ਨੇ ਦੋਹਾਂ ਪਾਰਟੀਆਂ ਦੇ, ਉੱਥੋਂ ਚੱਲ ਕੇ ਜਿਹੜੇ ਉੱਥੇ ਟਰੈਕਟਰ ਲੈ ਕੇ ਰੈਲੀਆਂ ਕੱਢਦੇ ਨਜ਼ਰੀ ਪੈ ਰਹੇ ਸੀਗੇ, ਵੱਡੇ ਜਕਾਰੇ ਛੱਡੇ ਜਾ ਰਹੇ ਸੀਗੇ, ਜਿੱਡਾ ਵੱਡਾ ਗੱਪ ਮਾਰਿਆ ਉੱਡਾ ਵੱਡਾ ਜਕਾਰਾ। ਇਹ ਦੋਹੇ ਪਾਰਟੀਆਂ ਨੇ ਫਿਰ ਅਗਲਾ ਸਟੈਂਡ ਇੱਥੇ ਆਉਣ ਦਾ ਕਿਉਂ ਨਹੀਂ ਲਿਆ, ਉੱਥੇ ਕਿਉਂ ਖੜੇ ਰਹਿ ਗਏ? ਦੇਖੋ ਜੀ, ਮੈਂ ਕੱਲ ਮੈਂ ਸ਼ਾਇਦ ਤੁਹਾਡੇ ਲਈ ਨਵੀਂ ਇਨਫੋਰਮੇਸ਼ਨ ਸ਼ੇਅਰ ਕਰ ਰਿਹਾ। ਕਿਸਾਨ ਜਥੇਬੰਦੀਆਂ ਨੇ ਵੀ ਇਹ ਮਤਾ ਹੋ ਚੁੱਕਾ ਕਿ ਆਪਸ ਵਿੱਚ ਗੱਲਬਾਤ ਚੱਲ ਰਹੀ ਹੈ ਕਿ ਥੋੜ੍ਹੇ ਦਿਨਾਂ 'ਚ ਇਹਨਾਂ ਨੂੰ ਵੀ ਆਵਾਜ਼ ਮਾਰੀ ਜਾਏਗੀ ਵੀ ਆ ਜਾਓ, ਕਿਉਂਕਿ ਮੰਤਰੀ ਤੁਸੀਂ ਭੋਗਣੀਆਂ, ਕੁਰਸੀਆਂ ਤੁਸੀਂ, ਗਨਮੈਨ ਤੁਹਾਨੂੰ ਮਿਲੇ, ਸਰਕਾਰਾਂ ਤੁਹਾਨੂੰ, ਪੈਨਸ਼ਨਾਂ ਤੁਹਾਨੂੰ, ਤੇ ਆ ਬਾਕੀ ਸਾਰਾ ਲੌਂਗ ਲਾਣਾ ਜੁੱਤੀਆਂ ਖਾਣ ਨੂੰ ਹੈ। ਆਓ ਹੁਣ ਆਪਾਂ ਟੱਕਰੀਏ ਇਹਨਾਂ ਦੇ ਨਾਲ, ਨਾਲੇ ਤੁਹਾਡਾ ਪਤਾ ਲੱਗ ਜੇ ਕਿ ਅਸਤੀਫਾ ਦੇਣ ਵਾਲੇ ਤੇ ਅਸਤੀਫਾ ਜੇਬ 'ਚ ਪਾਉਣ ਵਾਲੇ ਖੜੇ ਕਿੱਥੇ ਕੁ ਨੇ। ਸੋ ਮਸਲਾ ਇਸ ਗੱਲ ਦਾ ਹੈ, ਇਹਨਾਂ ਲੋਕਾਂ ਨੂੰ ਆਉਣਾ ਚਾਹੀਦਾ। ਠੀਕ ਹੈ, ਇਹਨਾਂ ਨੂੰ ਕਿਸਾਨ ਸੰਯੁਕਤ ਮੋਰਚੇ ਦੀ ਸਟੇਜ ਤੇ ਬਹਿਣ ਦੀ ਆਗਿਆ ਨਹੀਂ ਹੈਗੀ ਕਿਉਂਕਿ ਇਹ ਪੋਲੀਟੀਕਲ ਲੀਡਰ ਨੇ। ਕੱਲ ਨੂੰ ਆਮ ਜਦੋਂ ਇੱਕ ਪਾਸੇ ਇਹ ਗੱਲ ਕਹੀ ਜਾਂਦੀ ਹੈ ਵੀ ਅਸੀਂ ਜਿਹੜੇ ਹੈਗੇ ਆ ਉਹ ਸੇਵਾ ਕਰਨ ਆਏ ਆ, ਰਾਜ ਨਹੀਂ ਸੇਵਾ ਦੀਆਂ ਗੱਲਾਂ ਜਦੋਂ ਹੋਣ ਲੱਗ ਜਾਂਦੀਆਂ ਨੇ ਹਨਾ, ਫਿਰ ਉਹਨਾਂ ਨੂੰ ਅਸੀਂ ਸੇਵਾ ਤਾਂ ਥੱਲੇ ਪੁੰਜੇ ਬੈਠ ਕੇ ਵੀ ਹੋ ਸਕਦੇ, ਜਿਵੇਂ ਤੁਸੀਂ ਟਰਾਲੀਆਂ ਦੇ ਵਿੱਚ ਬੈਠੇ ਰਹਿੰਦੇ ਹੋ। ਨਹੀਂ, ਮੈਂ ਕਹਿੰਦਾ ਜੀ ਅਸੀਂ ਕੀ ਕਰ ਰਹੇ ਹਾਂ, ਅਸੀਂ ਵੀ ਤਾਂ ਸੇਵਾ, ਮੈਂ ਤਾਂ ਉੱਥੇ ਸਟੇਜ ਵਾਲਿਆਂ ਦੀ ਭੂਮਿਕਾ 'ਚ ਨਹੀਂ ਹੈਗਾ, ਅਸੀਂ ਤਾਂ ਸੇਵਾ ਹੀ ਕਰ ਰਹੇ ਹਾਂ। ਤੁਸੀਂ ਕੌਣ ਹੋ? ਸੇਵਾ ਕਰ ਰਹੇ ਹੋ। ਜਿਹੜਾ ਬੰਦਾ, ਮੀਡੀਆ ਵੀ ਸੇਵਾ ਕਰ ਰਿਹਾ ਹੈ ਨਾ, ਗੱਲ ਇਹ ਹੈ ਵੀ ਸੇਵਾ ਕਰ ਲਓ ਆ ਕੇ। ਜੇ ਤੁਹਾਨੂੰ ਉੱਥੇ ਨਹੀਂ ਕੋਈ ਬਿਠਾਉਂਦਾ ਜਾਂ ਤੁਹਾਨੂੰ ਗੱਲ ਨਹੀਂ ਤੁਹਾਡੀ ਚੱਲ ਰਹੀ ਤੇ ਸੇਵਾ ਕਰਨ 'ਚ ਕੀ ਆ। ਦੂਜੀ ਗੱਲ ਵੀਰੇ, ਮੈਂ ਕਹਿੰਦਾ ਸੇਵਾ ਨੂੰ ਵੀ ਛੱਡੋ ਇੱਕ ਮਿੰਟ ਲਈ। ਜੇ ਨਹੀਂ ਸੇਵਾ ਕਰਨੀ, ਤੁਸੀਂ ਕਹੋ ਅਸੀਂ ਲੀਡਰ ਹਾਂ ਜੀ ਬੜੇ, ਤੁਸੀਂ ਲਾਓ ਵੱਖਰੀ ਸਟੇਜ, ਤਾਂ ਤੁਸੀਂ ਦਿੱਲੀ ਵੱਲ ਨੂੰ ਕਰਕੇ ਲਾਓ ਸਪੀਕਰ, ਤਾਂ ਠੋਕ ਕੇ ਦਿਓ ਬਿਆਨ। ਤਾਂ ਸਭ ਤੋਂ ਪਹਿਲਾਂ ਬਿਆਨ ਪਤਾ ਕੀ ਦਿਓ? ਸਾਰੇ MP, ਸਾਰੇ MLA ਦਿੰਦੇ ਆ ਅਸਤੀਫਾ। ਅਸਤੀਫੇ ਦੀ ਗੱਲ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਆਪਣਾ। ਤੁਸੀਂ ਕਹੋ ਜੀ, ਜੇ ਵੇਖੋ ਮੈਂ ਕਿਸੇ ਇੱਕ ਦਾ ਨਾਂ ਆਪਾਂ ਕਿਉਂ ਲੈਣਾ, ਕੋਈ ਵੀ ਵੱਡਾ ਲੀਡਰ, ਵੱਡਾ ਘਰਾਣਾ, ਉਹ ਬੰਦਾ ਕਹਿੰਦਾ ਵੀ ਜਿਹਦੇ ਸਾਰਾ ਟੱਬਰ ਹੀ ਰਾਜਨੇਤਾ, ਸਾਰਾ ਹੀ ਲਾਣਾ ਉਹਨਾਂ ਦਾ ਮਤਲਬ ਨੇਤਾ ਨੇ ਪੰਜਾਬ ਦੇ, ਰਿਸ਼ਤੇਦਾਰ ਵੀ ਨੇਤਾ, ਸਾਰਾ ਕੁਝ ਹੀ ਨੇਤਾ। ਆਪਾਂ ਉਹਨਾਂ ਦੀ ਗੱਲ ਕਰਦੇ ਹਾਂ। ਜੇ ਉਹ ਬੰਦੇ ਇੱਕ ਗੱਲ ਸੋਚਣ ਕਿ ਆਪਾਂ ਸਾਰੀਆਂ ਮੰਤਰੀਸ਼ਿਪਾਂ, ਆਪਾਂ ਸਾਰਾ ਜੋ ਵੀ ਇਹਨਾਂ ਦਾ MP ਹੈ, ਇਹ ਜਿਹੜੇ ਜੋ ਵੀ ਪ੍ਰਧਾਨਗੀਆਂ ਸਕੱਤਰੀਆਂ ਦਿਓ ਅਸਤੀਫਾ, ਤੇ ਤੁਸੀਂ ਗੱਲ 'ਚ ਪਾ ਕੇ ਪੱਲਾ ਇੱਥੇ ਆ ਕੇ ਬਹਿ ਜਾਓ ਵੀ ਅਸੀਂ ਭਾਈ ਸਾਰਾ ਕੁਝ ਛੱਡਿਆ ਤੇ ਅਸੀਂ ਕਿਸਾਨ ਬਣ ਕੇ ਜੀ ਤੁਹਾਡੀ ਲੜਾਈ ਤੁਹਾਡੇ ਨਾਲ ਲੜਾਂਗੇ। ਤੁਹਾਨੂੰ ਕੌਣ ਰੋਕ ਸਕਦਾ ਜੀ? ਆ ਕੇ ਮੁੜ ਕੇ ਸਿਆਸੀ ਰੋਟੀਆਂ ਵੀ ਸੇਕ ਲਿਓ। ਮਸਲਾ ਇਸ ਗੱਲ ਦਾ, ਹਿੰਮਤ ਤਾਂ ਦਿਖਾਓ ਕੁਝ ਗਵਾਉਣ ਦੀ, ਕਿਉਂਕਿ ਮਸਲਾ ਇਸ ਗੱਲ ਦਾ, ਇਹਨਾਂ ਨੇ ਪੁਰਾਤਨ ਸਮੇਂ 'ਚ ਇੰਨੀਆਂ ਕੁ ਮਾੜੀਆਂ ਹਰਕਤਾਂ ਕੀਤੀਆਂ। ਇਹ ਲੋਕਾਂ ਦੇ ਨੁਮਾਇੰਦੇ ਨਹੀਂ ਆ, ਲੋਕਾਂ ਦੀ ਅੱਖ 'ਚ ਅੱਖ ਪਾ ਕੇ ਗੱਲ ਕਰਨ ਦੀ ਹਿੰਮਤ ਨਹੀਂ ਹੈਗੀ। ਹੁਣ ਇਹ ਲੋਕ ਵਿਸ਼ਵਾਸ ਗਵਾ ਚੁੱਕੇ ਨੇ, ਹੁਣ ਇਹ ਲੋਕਾਂ ਦੇ ਵਿੱਚ ਬਹਿਣ ਜੋਗੇ ਨਹੀਂ ਹੈਗੇ। ਪਰ ਮੈਂ ਇਹ ਜ਼ਰੂਰ ਪੰਜਾਬ ਦੇ ਸਾਰੇ, ਕਿਉਂਕਿ ਆਪਾਂ ਪੰਜਾਬ ਤੋਂ ਸੰਬੰਧਿਤ ਆ, ਪੰਜਾਬ ਦੇ ਲੀਡਰਾਂ ਨੂੰ ਜ਼ਰੂਰ ਬੇਨਤੀ ਕਰਾਂਗਾ ਵੀ ਲੀਡਰ ਉਹ ਹੁੰਦਾ ਜਿਹਦੇ ਮਗਰ ਕਾਫਲਾ ਹੋਵੇ। 300 ਰੁਪਏ ਦਿਹਾੜੀ 'ਤੇ ਲਿਆਂਦੇ ਹੋਏ ਜਿਹੜੇ ਉਹ ਵਿਚਾਰੇ ਪੂਰਬੀ ਸਾਡੇ ਭਰਾ ਨੇ, ਉਹ ਉਹਨਾਂ ਦੀ ਗੱਲ ਨਹੀਂ ਹੈ। ਇਹ ਤਾਂ ਫਿਰ ਲੜਾਈ ਤਾਂ ਲੜਨੀ ਪੈਣੀ ਹੈ, ਕਿਉਂਕਿ ਹਰ ਵਾਰ ਇਦਾਂ ਹੁੰਦਾ ਰਿਹਾ। ਬਹੁਤ ਵੱਡੀ ਤਾਦਾਦ ਵਿੱਚ ਸਿੱਖ ਨੌਜਵਾਨ ਮੂਵਮੈਂਟ ਦੇ ਵਿੱਚ ਸ਼ਹੀਦ ਹੋਇਆ। ਉਹਨਾਂ ਦੀਆਂ ਲਾਸ਼ਾਂ ਦੇ ਉੱਤੇ ਕੁਰਸੀ ਢਾਹ ਕੇ ਸਾਡੇ ਲੀਡਰਾਂ ਨੇ ਮੰਤਰੀ ਮੰਡਲ ਹੈ, ਤੇ ਜਿਨ੍ਹਾਂ ਨੇ ਜਿਹੜੇ ਨੌਜਵਾਨ ਨੂੰ ਜਿਹੜੇ ਪੁਲਸੀਆਂ ਨੇ ਸ਼ਹੀਦ ਕੀਤਾ ਸੀਗਾ, ਉਹਨਾਂ ਪੁਲਸੀਆਂ ਨਾਲ ਯਾਰੀਆਂ ਪਾ ਕੇ ਉਹਨਾਂ ਨੂੰ ਤਰੱਕੀਆਂ ਦਿੱਤੀਆਂ, ਖੱਫਣ ਤੱਕ ਵੀ ਖਾ ਗਏ, ਸਭ ਕੁਝ ਖਾ ਗਏ। ਹੁਣ ਤੁਸੀਂ ਦੇਖੋ ਵੀ ਇਹ ਬੰਦਿਆਂ ਨੇ ਜੇ ਇੱਥੋਂ ਤੱਕ ਹਰਕਤਾਂ ਕੀਤੀਆਂ ਤਾਂ ਅੱਜ ਕਿਹੜੇ ਮੂੰਹ ਨਾਲ ਆ ਕੇ ਇਹ ਲੋਕਾਂ ਦੇ ਨੁਮਾਇੰਦੇ ਹੋਣ ਦੀ ਗੱਲ ਕਰਨਗੇ, ਪੰਥ ਦੇ ਨੁਮਾਇੰਦੇ ਹੋਣ ਦੀ ਗੱਲ ਕਰਨਗੇ। ਮਸਲਾ ਇਸ ਗੱਲ ਦਾ, ਇਹਨਾਂ ਦੇ ਬਿਆਨਬਾਜ਼ੀ ਤੱਕ ਸੀਮਤ ਹੈ, ਇਹਨਾਂ ਕੋਲ ਕੋਈ ਪੰਥਕ ਆਧਾਰ ਨਹੀਂ ਬਚਿਆ।
ਇਹ ਅੱਜ ਕੱਲ੍ਹ ਸਿਰਫ ਤੇ ਸਿਰਫ ਕਿਸੇ ਨੂੰ ਬਾਈ ਨਜ਼ਰ ਆ ਰਹੀ ਹੈ, ਕਿਸੇ ਨੂੰ ਸ਼੍ਰੋਮਣੀ ਕਮੇਟੀ ਨਜ਼ਰ ਆ ਰਹੀ ਹੈ, ਕੋਈ ਸ਼੍ਰੋਮਣੀ ਕਮੇਟੀ ਤੇ ਅੱਖ ਰੱਖ ਕੇ ਬੈਠਾ, ਕੋਈ ਬਾਈ ਤੇ ਅੱਖ ਰੱਖ ਕੇ ਬੈਠਾ। ਪਰ ਆਲ ਟੁਗੇਦਰ ਜੇ ਇੱਕ ਗੱਲ ਨੂੰ ਆਪਾਂ ਇਸ ਗੱਲ ਤੇ ਸਮੇਟੀਏ ਕਿ ਇਹ ਬੰਦੇ ਪੰਜਾਬ ਵਿੱਚੋਂ ਆਪਣਾ ਆਧਾਰ ਗਵਾ ਚੁੱਕੇ ਨੇ, ਭਾਵੇਂ ਝਾੜੂ ਵਾਲੇ ਨੇ, ਭਾਵੇਂ ਕਾਂਗਰਸ ਹੈ ਤੇ ਭਾਵੇਂ ਹੈਗੀ ਅਕਾਲੀ ਦਲ। ਹੁਣ ਇਸ ਵੇਲੇ ਮਸਲਾ ਇਸ ਗੱਲ ਦਾ ਹੈ ਕਿ ਪਿਛਲੀ ਵਾਰੀ ਝਾੜੂ ਦੇ ਉੱਤੇ ਪੰਜਾਬ ਦੇ ਲੋਕਾਂ ਨੇ ਥੋੜ੍ਹੀ ਜਿਹੀ ਵਿਸ਼ਵਾਸ ਕੀਤਾ ਸੀ, ਪਰ ਉਹਨਾਂ ਨੇ ਉਹ ਵਿਸ਼ਵਾਸ ਤੋੜਿਆ। ਇਸ ਕਰਕੇ ਤੀਜੇ ਬਦਲ ਦੀ ਜਿਹੜੀ ਹੈ ਸੰਭਾਵਨਾ ਨਜ਼ਰ ਨਹੀਂ ਆ ਰਹੀ, ਕਿਉਂਕਿ ਇਸ ਸੰਘਰਸ਼ ਵਿੱਚੋਂ ਵੀ ਹੋ ਸਕਦਾ ਜੇ ਮੈਂ ਗਲਤ ਨਹੀਂ ਹਾਂ ਤੇ ਪੰਜਾਬ ਦੀ ਲੀਡਰਸ਼ਿਪ ਲਈ ਕੋਈ ਚੰਗੇ ਆਗੂ ਨਿਕਲ ਆਉਣ। ਬਾਰ-ਬਾਰ ਮੀਡੀਆ ਪੁੱਛੀ ਜਾਂਦਾ ਲੱਕੀ ਸਿਧਾਣੇ ਨੂੰ ਤੂੰ ਇਲੈਕਸ਼ਨ ਲੜੇਂਗਾ, ਦੀਪ ਸਿੱਧੂ ਨੂੰ ਪੁੱਛੀ ਜਾਂਦੇ ਤੂੰ ਇਲੈਕਸ਼ਨ ਲੜੇਂਗਾ। ਯਾਰ ਗੱਲ ਤਾਂ ਫੇਰ ਉਹੀ ਆਉਂਦੀ, ਮੈਂ ਨਹੀਂ ਕਹਿੰਦਾ ਉਹ ਇਲੈਕਸ਼ਨ ਲੜਨ, ਮੈਂ ਨਹੀਂ ਕਹਿੰਦਾ ਇਲੈਕਸ਼ਨ ਨਹੀਂ ਲੜਨ, ਪਰ ਮੈਂ ਇਹ ਪੁੱਛਣਾ ਚਾਹੁੰਦਾ ਬਈ ਉਹ ਲੋਕਾਂ ਲਈ ਹੱਕਾਂ ਦੀ ਆਵਾਜ਼ ਉਠਾਉਣ, ਛਿੱਤਰ ਉਹ ਖਾਣ, ਬੈਰੀਕੇਡ ਵੀ ਤੋੜਨ, ਸਾਰੇ ਕੰਮ ਉਹ ਕਰਨ, ਤੇ ਮੰਤਰੀ ਤੁਹਾਡਾ ਫੇਰ ਉਹ ਤੁਹਾਡਾ ਲੋਕਲ ਐਮਐਲਏ ਜਿਹੜਾ ਤੁਹਾਡੇ ਬੁੱਢੇ ਮਰੇ ਤੇ ਆਇਆ ਸੀ, ਤੁਹਾਡੇ ਮੁੰਡੇ ਦੀ ਜੰਜ 'ਚ 500 ਰੁਪਈਆ ਦੇਣ ਆਇਆ ਸੀ, ਵੋਟਾਂ ਫੇਰ ਤੁਸੀਂ ਉਹਨੂੰ ਪਾਉਣੀਆਂ ਤੇ ਲੁੱਟਣਾ ਕੁੱਟਣਾ ਤੇ ਤੁਹਾਡੇ ਜੁੱਤੀਆਂ ਤੇ ਪਰਚੇ ਉਹਨੇ ਪਾਉਣੇ। ਤੇ ਫੇਰ ਇਸ ਸੰਘਰਸ਼ 'ਚ ਖੱਟਿਆ ਕੀ ਅਸੀਂ? ਮਸਲਾ ਇਸ ਗੱਲ ਦਾ ਮੈਂ ਬਾਰ-ਬਾਰ ਇਹ ਗੱਲ ਲਾਈਨ ਪੁੱਟ ਕਰ ਰਿਹਾ ਕਿ ਕਮ ਸੇ ਕਮ ਭਾਰਤ ਪੱਧਰ ਦੇ ਉੱਤੇ ਨਹੀਂ ਤਾਂ ਕਮ ਸੇ ਕਮ ਪੰਜਾਬ ਪੱਧਰ ਤੇ ਇੱਕ ਰਾਜਨੀਤਿਕ ਪਾਰਟੀ ਜਿਹੜੀ ਆ ਉਹ ਕਿਸਾਨੀ ਨਾਲ ਸੰਬੰਧਿਤ ਲੋਕਾਂ ਦੀ, ਸਿਰਫ ਕਿਸਾਨਾਂ ਦੀ ਹੋਣੀ ਚਾਹੀਦੀ, ਜਿਹੜੀ ਕਿਸਾਨ ਮੁੱਦਿਆਂ ਤੇ ਗੱਲ ਕਰ ਸਕੇ। ਤੇ ਏਡੇ ਵੱਡੇ ਸੰਘਰਸ਼ 'ਚੋਂ ਵੀ ਜੇ ਅਸੀਂ ਇਹ ਚੀਜ਼ ਨਹੀਂ ਖੱਟਣੀ ਤਾਂ ਮੈਨੂੰ ਲੱਗਦਾ, ਹਾਂ ਖਾਸ ਕਰਕੇ ਜ਼ਰੂਰ ਕਹਿਣਾ ਚਾਹਾਂਗਾ ਵੀ ਕੋਈ ਸ਼ੱਕ ਨਹੀਂ ਹੈ ਰਾਜਨੀਤੀ ਚਿੱਕੜ ਹੈ, ਦਲਦਲ ਹੈ, ਪਰ ਜੇ ਚੰਗੇ ਲੋਕ ਇਹਦੇ ਵਿੱਚ ਨਹੀਂ ਆਉਣਗੇ ਤਾਂ ਅਜੇ ਡੈਮੋਕ੍ਰੈਟਿਕ ਸਿਸਟਮ ਤਾਂ ਸਾਡੇ ਕੋਲੋਂ ਲੈਣ ਨਹੀਂ ਵਾਲਾ, ਹੋਰ ਕੋਈ ਆਲਟਰਨੇਟਿਵ ਮੀਰੀ ਪੀਰੀ ਬਦਲ ਤਾਂ ਸਾਨੂੰ ਮਿਲਣ ਨਹੀਂ ਵਾਲਾ। ਏਡੀ ਛੇਤੀ ਰਾਤੋਂ ਰਾਤ ਉਹ ਜਿਹੜਾ ਹਮ ਰਾਖਤ ਪਾਤਸ਼ਾਹੀ ਦਾਅਵੇ ਵਾਲਾ ਮਸਲਾ ਵੀ ਸਾਡਾ ਰਾਤੋਂ ਰਾਤ ਸੋਲਵ ਹੋਣ ਵਾਲਾ ਨਹੀਂ ਹੈਗਾ। ਪਰ ਜਿੰਨਾ ਚਿਰ ਇਹ ਮਰਿਆ ਸੱਪ ਗਲ 'ਚ ਪਿਆ, ਉਹਨਾਂ ਚਿਰ ਇਹਦਾ ਢੋਲ ਵਜਾਉਣ ਲਈ ਤਾਂ ਕੋਈ ਜੁਗਾੜ ਕਰ ਲਈਏ। ਉਹਦੇ ਲਈ 4-5 ਬੰਦੇ ਜੇ ਦੇਖੋ, ਮੇਰੇ 100 ਮਤਭੇਦ ਹੋਣਗੇ, ਮੈਂ ਕਿਸੇ ਦਾ ਹਮਾਇਤੀ ਨਹੀਂ, ਪਰ ਮੈਂ ਇੱਕ ਗੱਲ ਕਹਿਣਾ, ਜੇ ਕੇਜਰੀਵਾਲ ਸੰਘਰਸ਼ ਵਿੱਚੋਂ ਆਇਆ ਸੀ ਤੇ ਅੱਜ ਦਿੱਲੀ ਦੇ ਲੋਕਾਂ ਨੂੰ ਜਦੋਂ ਆਟੋ ਵਾਲੇ ਦੇ ਨਾਲ ਵੀ ਇੱਥੇ ਸਫ਼ਰ ਕਰਦੇ ਉਹ ਕਹਿੰਦੇ ਥੋੜ੍ਹਾ ਬਹੁਤਾ ਚੇਂਜ ਆਈ ਹੈ, ਸਾਰੀ ਨਹੀਂ ਪਰ ਥੋੜ੍ਹੀ ਜਿਹੀ ਆਈ ਹੈ। ਸੰਘਰਸ਼ ਵਿੱਚੋਂ ਆਏ, ਮੈਂ ਕਿਸੇ ਦੀ ਪ੍ਰੋੜਤਾ ਨਹੀਂ ਕਰ ਰਿਹਾ ਵੀ ਲੱਖਾ ਸਿਧਾਣਾ ਲੜੇ ਜਾਂ ਕੋਈ ਲੜੇ, ਪਰ ਮੈਂ ਇੱਕ ਗੱਲ ਕਹਿਣਾ, ਜੇ ਸੰਘਰਸ਼ ਵਿੱਚੋਂ ਆਏ ਹੋਏ ਲੋਕ ਕੱਲ੍ਹ ਨੂੰ ਸੱਤਾ 'ਚ ਆਉਂਦੇ ਨੇ ਤਾਂ ਥੋੜ੍ਹੀ ਬਹੁਤੀ ਕੋਈ ਚੀਜ਼ ਚੇਂਜ ਹੋਣ ਦੇ ਆਸਾਰ ਬਣਦੇ ਨੇ। ਨਹੀਂ ਤਾਂ ਕਿਉਂਕਿ ਉਹ ਲੋਕਾਂ 'ਚੋਂ ਆਏ ਹੁੰਦੇ ਆ, ਲੋਕਾਂ ਦੇ ਲੀਡਰ ਹੁੰਦੇ ਆ, ਜਾਂ ਉਹ ਲੋਕਾਂ ਦੇ ਨੇੜੇ ਹੁੰਦੇ ਆ, ਤੇ ਫਿਰ ਉਹਨਾਂ ਨੂੰ ਜਿਹੜੀ ਆ ਲੋਕਾਂ ਵੱਲੋਂ ਉਹਨਾਂ ਦੀ ਖਿਚਾਈ ਵੀ ਜਲਦੀ ਹੋ ਜਾਂਦੀ। ਤੁਸੀਂ ਵੇਖਿਆ ਬਹੁਤ ਸਾਰੇ ਸਿੰਗਰ ਨੇ ਰਾਤੋਂ ਰਾਤ ਸੁਪਰ ਹਿੱਟ ਹੁੰਦੇ ਨੇ ਤੇ ਅਗਲੇ ਦਿਨ ਇੱਕ ਗਾਣਾ ਗਲਤ ਕੱਢਦੇ ਨੇ ਤੇ ਲੋਕ ਜਿਹੜੇ ਉਹ ਭੁੰਜੇ ਪਾ ਲੈਂਦੇ ਨੇ। ਹੁਣ ਤੱਕ ਜਿਹੜੀ ਉਹ ਪੋਜ਼ਿਟਿਵ ਜਿਹੜੀਆਂ ਗੱਲਾਂ ਆਪਾਂ ਕਰ ਰਹੇ ਹਾਂ, ਜਿਸ ਦੇ ਵੀ ਮੂੰਹ ਨੂੰ ਮੈਕ ਲਾਈਦਾ ਤੇ ਉਹ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਹੈਗਾ ਉਹ ਲੱਗਦਾ ਹੈ ਵੀ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ। ਬਜ਼ੁਰਗ ਬਾਪੂ ਵੀ ਕਹਿ ਰਹੇ ਨੇ, ਛੋਟੇ ਛੋਟੇ ਜਵਾਕ ਵੀ ਕਹਿ ਰਹੇ ਨੇ। ਹੁਣ ਤੱਕ ਜਿਹੜੀ ਪੋਜ਼ਿਟਿਵਿਟੀ ਸਾਡੇ ਸਾਹਮਣੇ ਆ, ਆਉਣ ਵਾਲਾ ਸਮਾਂ ਕਿਵੇਂ ਦੇਖਦੇ ਹੋ ਤੁਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ? ਕਿਉਂਕਿ ਜਦੋਂ ਸੰਘਰਸ਼ ਲੰਮੇ ਹੋ ਜਾਇਆ ਕਰਦੇ ਆ ਤੇ ਉਹਦੇ ਵਿੱਚ ਸਰਕਾਰਾਂ ਇਹ ਮੰਨਦੀਆਂ ਨੇ ਵੀ ਹੌਲੀ ਹੌਲੀ ਜਿਹੜੀ ਗਿਰਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ, ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਹੀ ਚੜ੍ਹਦੀ ਕਲਾ? ਅੱਜ 47ਵਾਂ ਦਿਨ ਹੈ ਜੀ, ਤੇ ਬਿਲਕੁਲ ਚੜ੍ਹਦੀ ਕਲਾ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗਾ। ਔਰ ਮੈਂ ਬਿਲਕੁਲ ਇਸ ਗੱਲ ਤੇ ਵੀ ਸੈਟਿਸਫਾਈਡ ਹਾਂ, ਸਿੱਖ ਪੰਥ ਨੂੰ 2-4 ਵੱਧ ਘੱਟ ਗੱਲਾਂ ਕਰਨ ਤੋਂ ਇਲਾਵਾ ਬਾਕੀ ਸਾਰਾ ਕੁਝ ਜਿਹੜਾ ਉਹ ਜਿਹੜਾ ਸੰਯੁਕਤ ਮੋਰਚਾ ਹੈ ਉਹਨਾਂ ਨੇ ਬਹੁਤ ਵਧੀਆ ਰੋਲ ਅਦਾ ਕੀਤਾ, ਐਵੇਂ ਮੈਂ ਕਹਾਂ। ਕਿਉਂਕਿ ਇਸ ਵੇਲੇ ਅਸੀਂ ਗੁਰਨਾਮ ਸਿੰਘ ਚੜੂੰਨੀ ਹੋਣਾ ਦੇ ਕੈਂਪ 'ਚ ਬੈਠੇ ਹਾਂ, ਸਾਨੂੰ ਮੀਟਿੰਗ ਦੀ ਅੰਦਰ ਦੀ ਗੱਲ ਵੀ ਜਿਹੜੀ ਉੱਥੇ ਹੋਈ ਬੀਤੀ ਹੁੰਦੀ ਹੈ ਉਹ ਦੱਸਦੇ ਨੇ ਕਿਵੇਂ ਰਾਜੇਵਾਲ ਸਾਹਿਬ ਜਿਹੜੇ ਆ ਉਹ ਸਿੱਧੇ ਤੂੰ ਮੈਂ ਤੱਕ ਆ ਕੇ ਉਹਨਾਂ ਤੋਂ ਉਮਰ ਦੀ ਰੇਲ ਬਣਾਈ। ਸੋ ਸਾਰੀਆਂ ਚੀਜ਼ਾਂ ਮਿਲਦੀਆਂ ਵੀ ਇਹ ਸਹੀ ਨੁਮਾਇੰਦਗੀ ਕਰ ਰਿਹਾ, ਇਹਨਾਂ ਦੇ ਉੱਤੇ ਕੋਈ ਅਜੇ ਤੱਕ ਕੋਈ ਇੱਦਾਂ ਦਾ ਮਸਲਾ ਨਹੀਂ ਹੈ। ਯਾਰ ਦੂਜੀ ਗੱਲ, ਪ੍ਰੈਸ਼ਰ ਵੀ ਇੰਨਾ ਜ਼ਿਆਦਾ ਹੈ, ਸਾਰੇ ਪਾਸਿਆਂ ਤੋਂ ਪ੍ਰੈਸ਼ਰ ਇੰਨਾ ਜ਼ਿਆਦਾ ਹੈ ਕਿ ਇਹ ਉੱਥੇ ਜਾ ਕੇ ਲੋਕਾਂ ਦੀ ਨੁਮਾਇੰਦਗੀ ਕਰਦੇ ਨੇ, ਕਿਉਂਕਿ ਲੋਕ ਲਹਿਰ ਆ ਮਗਰ ਲੋਕਾਂ ਨੇ ਛੱਡਣਾ ਨਹੀਂ। ਹੁਣ ਤੱਕ ਤਾਂ ਬਹੁਤ ਸੈਟਿਸਫੈਕਟਰੀ ਜਿਹੜਾ ਉਹ ਸਾਰਾ ਮਾਹੌਲ ਬਣਿਆ ਹੋਇਆ, ਪਰ ਜਿਹੜਾ ਆਉਣ ਵਾਲੇ ਸਮੇਂ ਵੇਖੋ, ਸਰਕਾਰ ਨੇ ਸਾਰੇ ਕੰਮ ਕਰਕੇ ਵੇਖ ਲਏ, SYL ਦਾ ਮੁੱਦਾ ਠਾ ਕੇ ਵੇਖ ਲਿਆ, ਗੋਦੀ ਮੀਡੀਆ ਵਰਤ ਕੇ ਵੇਖ ਲਿਆ, ਟਵਿੱਟਰ ਹੈਂਡਲ ਵਰਤ ਕੇ ਵੇਖ ਲਏ, ਆਪਦੇ ਸਿੰਗਰਾਂ ਤੋਂ ਬਕਵਾਸ ਕਰਾ ਕੇ ਵੇਖ ਲਈ, ਕਿਹੜਾ ਹੀਲਾ ਇਹਨਾਂ ਨੂੰ ਆਪਸ 'ਚ ਤੋੜਨ ਦੀ ਗੱਲ ਕਰਕੇ ਵੇਖ ਲਈ, ਖਾਲਿਸਤਾਨੀ ਟੈਗ ਲਾ ਕੇ ਵੇਖ ਲਿਆ। ਸਰਕਾਰ ਨੇ ਆਪਣਾ ਢਿੱਲ ਲਾ ਕੇ ਵੇਖ ਲਿਆ, ਰਾਜੋਆਣੇ ਵਾਲਾ ਮਸਲਾ ਵਿੱਚ ਨਵਾਂ ਚੱਕਦਾ ਵੀ ਤੁਹਾਡਾ ਧਿਆਨ ਡਾਇਵਰਟ ਹੋਵੇ। ਹਰ ਤਰ੍ਹਾਂ ਦੀ ਕੋਸ਼ਿਸ਼ ਇਸ ਸੰਘਰਸ਼ ਨੂੰ ਫੇਲ ਕਰਨ ਦੀ ਕੀਤੀ ਜਾ ਰਹੀ ਹੈ, ਪਰ ਮੈਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਬਹੁਤ ਬਹੁਤ ਰਿਣੀ ਹਾਂ ਕਿ ਇਸ ਵਾਰੀ ਜਿਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਖੂਨ ਸਾਡੀਆਂ ਰਗਾਂ ਦੇ ਵਿੱਚ ਇਹ ਬੈਰੀਕੇਡ ਤੋੜ ਕੇ ਸਾਨੂੰ ਦਿੱਲੀ ਤੱਕ ਲੈ ਕੇ ਆਇਆ, ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਜਿਹੜਾ ਖੂਨ ਹੈ ਉਹ ਇਸ ਦੀ ਅਗਵਾਈ ਕਰ ਰਿਹਾ। ਇਹ ਕੇਸਰੀ ਨਿਸ਼ਾਨ ਸਾਹਿਬ ਇਹਦੀ ਅਗਵਾਈ ਕਰ ਰਿਹਾ। ਇਹ ਲੰਗਰ, ਇਹ ਪੰਗਤਾਂ, ਇਹ ਸਿੱਖੀ ਜਜ਼ਬੇ, ਇਹ ਸਿੱਖੀ ਮਾਹੌਲ, ਇਹ ਸਿੱਖੀ ਦੇ ਨਾਲ ਸੰਬੰਧਿਤ ਇਤਿਹਾਸ ਦੇ ਗਾਣੇ, ਇਹ ਸਾਰਾ ਕੁਝ ਜਿਹੜਾ ਇੱਥੋਂ ਦਾ ਮਾਹੌਲ ਹੈ ਪੰਜਾਂ ਬਾਰਡਰਾਂ ਦਾ, ਉਹ ਕਿਤੇ ਨਾ ਕਿਤੇ ਖਾਲਸਾਈ ਇੱਕ ਜਿਹੜਾ ਉਹ ਸਿਧਾਂਤ ਦੀ ਜਿਹੜੀ ਹੈ ਉਹ ਬਹੁਤ ਵੱਡੀ ਝਲਕ ਦੇ ਰਿਹਾ, ਜਿਹਦਾ ਕਰਕੇ ਸਾਡੇ ਅੰਦਰ ਜਜ਼ਬੇ ਨੇ, ਜਕਾਰੇ ਨੇ, ਉਹਨਾਂ ਚੀਜ਼ਾਂ ਦੇ ਨਾਲ ਜਿਹੜਾ
ਔਰ ਸਭ ਤੋਂ ਵੱਡੀ ਗੱਲ, ਅਸੀਂ ਜਿਹੜੀ 18 ਵਾਰੀ ਦਿੱਲੀ ਜਿੱਤੀ ਹੈ, ਉਹਦਾ ਇੱਕ ਵੱਡਾ ਜਿਹੜਾ ਸਾਡੇ ਕੋਲ ਇੱਕ ਰੋਲ ਮਾਡਲ ਹੈ ਕਿ ਅਸੀਂ 19ਵੀਂ ਵਾਰੀ ਜਿੱਤਣ ਆਏ ਆ। ਉਹ ਸਾਰੀਆਂ ਚੀਜ਼ਾਂ ਦੇ ਆਪਣੇ ਬਹੁਤ ਵੱਡੇ ਫੈਕਟਰਸ ਨੇ ਜਿਹਦੀ ਵਜ੍ਹਾ ਕਰਕੇ ਸਾਰਾ ਕੁਝ ਚੜ੍ਹਦੀ ਕਲਾ 'ਚ ਹੈ। ਜਿਹੜੀ ਗੱਲ ਭਵਿੱਖ ਦੀ ਹੈ ਜੀ, ਭਵਿੱਖ ਵੇਖੋ, ਸਰਕਾਰ ਨੀਤੀਆਂ ਖੇਡ ਚੁੱਕੀ ਹੈ। ਸਰਕਾਰ ਕੋਲ ਕਹਿਣ ਘਵਾਉਣ ਨੂੰ ਕੁਝ ਨਹੀਂ ਬਚਿਆ। ਆਖਰੀ ਹੀਲਾ ਸੀ ਸੁਪਰੀਮ ਕੋਰਟ। ਭਾਵੇਂ ਕਿ ਅੱਜ ਦੀ ਸੁਪਰੀਮ ਕੋਰਟ ਦੀ ਜਿਹੜੀ ਵਰਡਿਕਟ ਆਈ, ਮਤਲਬ ਜੋ ਵੀ ਉਹਨਾਂ ਦਾ ਇੱਕ ਫੈਸਲਾ ਕਹਿ ਲਓ ਜਾਂ ਉਹਨੂੰ ਕਹਿ ਲਓ ਵੀ ਟਿੱਪਣੀ ਆਈ ਹੈ, ਉਹ ਵੇਖਣ ਨੂੰ ਕਿਸਾਨਾਂ ਦੇ ਹਿੱਤ ਵਿੱਚ ਹੈ। ਪਰ ਗੱਲ ਇਹ ਹੈ ਕਿ ਜੇ ਸੁਪਰੀਮ ਕੋਰਟ ਵਾਕਿਆ ਕਿਸਾਨਾਂ ਪ੍ਰਤੀ ਸੁਹਿਰਦ ਹੋਵੇ ਤਾਂ ਵੇਖੇ ਕਿ ਜੇ ਸਾਰੇ ਦੇਸ਼ ਦਾ ਕਿਸਾਨ ਇਹ ਚਾਹੁੰਦਾ ਹੀ ਨਹੀਂ ਹੈ ਤੇ ਸਰਕਾਰ ਨੇ ਧੱਕੇ ਨਾਲ ਬਿੱਲ ਲਾਗੂ ਕੀਤੇ ਆ, ਤੇ ਸਟੇ ਕਿਹੜੀ ਗੱਲ ਦਾ? ਸੁਪਰੀਮ ਕੋਰਟ ਹੀ ਕਹਿ ਦਿੰਦੀ ਵੀ ਇਹ ਭਾਈ ਵਾਪਸ ਲਓ ਤੇ ਕਿਸਾਨਾਂ ਮੁਤਾਬਕ ਕਿਸਾਨਾਂ ਰਲ ਕੇ ਨਵਾਂ ਬਣਾ ਲਓ। ਹੁਣ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਤੁਸੀਂ ਕਮੇਟੀ ਬਣਾਓ ਸਾਂਝੀ, ਜਿਹੜੀ ਇਹਦਾ ਹੱਲ ਕਰੇ। ਹੱਲ ਕਾਹਦਾ ਕਰਨਾ ਹੈ? ਉੱਤੇ ਪਹਿਲੇ ਦਿਨ ਤੋਂ ਹੀ ਲੱਗ ਰਿਹਾ ਸੀਗਾ ਵੀ ਹਾਂ ਕਮੇਟੀ ਅਲੱਗ ਜਿਹੜੀ ਬਣਨੀ ਚਾਹੀਦੀ ਹੈ ਅਲੱਗ। ਵੇਖੋ ਹੱਲ ਕਾਹਦਾ ਕਰਨਾ, ਮੈਂ ਕਹਿੰਦਾ ਵੀ ਹੱਲ ਹੁੰਦਾ ਵਾ, ਮੰਨ ਲਓ ਕੋਈ ਝਗੜਾ ਹੋ ਗਿਆ, ਉਹ ਕਹਿੰਦੇ ਜੀ ਹੁਣ ਹੱਲ ਕਰ। ਇੱਕ ਬੰਦੇ ਨੇ ਚਪੇੜਾ ਮਾਰੀਆਂ, ਦੂਜੇ ਨੇ ਖਾਧੀਆਂ, ਤੇ ਹੱਲ ਕੀ ਇਹਦਾ? ਇਹਦਾ ਮਤਲਬ ਤਾਂ ਸਿੱਧੀ ਸਜ਼ਾ ਵਾ ਕਿ ਜਿਹੜੇ ਬੰਦੇ ਨੇ ਚਪੇੜਾ ਮਾਰੀਆਂ ਉਹਨੂੰ ਸਜ਼ਾ ਦਿਓ, ਇਹੀ ਹੱਲ ਹੁੰਦਾ। ਹੁਣ ਇੱਕ ਬੰਨੇ ਚਪੇੜਾਂ ਵੱਜੀਆਂ, ਦੂਜੇ ਬੰਨੇ ਖਾਧੀਆਂ ਅਗਲੇ ਨੇ ਚਪੇੜਾਂ, ਤੇ ਪੰਚਾਇਤ ਕਹਿ ਰਹੀ ਹੈ ਵੀ ਹੱਲ ਕਰੋ। ਹੱਲ ਕੋਈ ਨਹੀਂ ਹੈ। ਹੱਲ ਪਹਿਲਾਂ ਇਹ ਹੈ ਕਿ ਤਿੰਨੇ ਕਾਲੇ ਕਾਨੂੰਨ ਵਾਪਸ ਲਓ। ਉਸ ਤੋਂ ਮਗਰੋਂ ਮੰਨ ਲਓ ਤੁਸੀਂ ਕੋਈ ਅਮੈਂਡਮੈਂਟ ਚਾਹੁੰਦੇ ਹੋ, ਤੁਸੀਂ ਕੋਈ ਨਵੀਂ ਚੀਜ਼ ਚਾਹੁੰਦੇ ਹੋ, ਤੁਸੀਂ ਕਿਸਾਨ ਨੂੰ ਕਰੋੜਪਤੀ ਬਣਾਉਣਾ ਚਾਹੁੰਦੇ ਹੋ। ਮੈਂ ਤੁਹਾਡੇ ਮਾਧਿਅਮ ਨਾਲ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਇੱਥੇ ਸਰਕਾਰ ਨੂੰ ਇਹ ਵੀ ਪ੍ਰਪੋਜ਼ਲ ਹੈ ਮੇਰੀ ਵੱਲੋਂ, ਮੇਰੀ ਨਿੱਜੀ ਹੈ, ਵੇਖ ਲਓ ਕਿਤੇ ਕਈ ਵਾਰੀ ਕੰਮ ਚੱਲ ਜਾਂਦਾ, ਲੋਕੀ ਸ਼ੇਅਰ ਕਰਕੇ ਉੱਥੇ ਤੱਕ ਪਹੁੰਚਾ ਦੇਣ, ਗੱਲ ਇਹੀ ਸੁਣੀ ਜਾਵੇ। ਮੋਦੀ ਕਹਿੰਦਾ ਹੈ ਮੈਂ ਬਣਾਉਣਾ ਕਿਸਾਨਾਂ ਨੂੰ ਕਰੋੜਪਤੀ। ਠੀਕ ਹੋ ਗਿਆ ਜੀ। ਆਪਾਂ ਵੀ ਕਰੋੜਪਤੀ ਬਣਨਾ ਚਾਹੁੰਦੇ ਹਾਂ। ਆਪਾਂ ਕਹਿੰਦੇ ਹਾਂ ਵੀ ਬਿਲਕੁਲ ਸਹੀ ਗੱਲ ਹੈ ਜੀ, ਦੇਸ਼ ਦਾ ਹਰ ਕਿਸਾਨ ਕਰੋੜਪਤੀ। ਕੌਣ ਨਹੀਂ ਚਾਹੁੰਦਾ? ਕੌਣ ਨਹੀਂ ਚਾਹੁੰਦਾ? ਜੇ ਆਪਾਂ ਕਿਸਾਨ ਨੂੰ ਸਾਈਡ ਤੇ ਰੱਖ ਦਈਏ ਸਾਰੇ ਹੀ ਚਾਹੁੰਦੇ ਨੇ। ਆਪਾਂ ਇੱਕ ਗੱਲ ਦੀ ਬੇਨਤੀ ਕਰਨ ਲੱਗੇ ਹਾਂ ਵੀ ਇਹ ਤਿੰਨੇ ਕਾਨੂੰਨ ਲੈ ਲਓ ਵਾਪਸ। ਠੀਕ ਹੈ ਜੀ, ਤਿੰਨੇ ਕਾਲੇ ਕਾਨੂੰਨ ਵਾਪਸ ਲੈ ਲਓ। ਤੇ ਇਹ ਤਿੰਨਾਂ ਕਾਲੇ ਕਾਨੂੰਨਾਂ ਨੂੰ ਬਿਹਾਰ ਜਿਹੜੀ ਸਟੇਟ ਹੈ ਨਾ, ਜਾਂ ਯੂਪੀ, ਜਿਹਦੇ 12-12 ਕਿੱਲੇ ਵਾਲੇ 12-12 ਏਕੜ ਜ਼ਮੀਨ ਵਾਲੇ ਬਸ਼ਿੰਦੇ ਸਾਡੇ ਕੋਲ ਆ ਕੇ ਮਰੂੰਡਾ ਵੇਚਦੇ ਨੇ, ਤੁਸੀਂ ਇਦਾਂ ਕਰੋ, ਤੁਸੀਂ ਤੁਹਾਨੂੰ 5 ਸਾਲ ਦਾ ਟਾਈਮ ਦਿੱਤਾ, ਤੁਸੀਂ 5 ਸਾਲਾਂ 'ਚ 4 ਸਾਲਾਂ 'ਚ ਤਿੰਨਾਂ ਪਾਇਆ ਨਾ 1 ਸਾਲ 'ਚ ਉਹਨਾਂ 12 ਕਿੱਲੇ ਵਾਲੇ ਯੂਪੀ ਜਾਂ ਬਿਹਾਰ ਦੇ ਜਿਹੜੇ ਮਰੂੰਡਾ ਵੇਚਦੇ ਨੇ ਪੰਜਾਬ 'ਚ ਆ ਕੇ, ਉਹਨਾਂ ਨੂੰ ਪਹਿਲਾਂ ਕਰੋੜਪਤੀ ਬਣਾ ਕੇ ਸਾਨੂੰ ਵਿਖਾਓ। ਜਿੱਦਣ ਤੁਸੀਂ ਉਹ ਸਾਡੇ ਜਿਹੜੇ ਪ੍ਰਵਾਸੀ ਵੀਰ ਸਾਡੇ ਕੋਲ ਮਰੂੰਡਾ ਵੇਚਣ ਆਉਂਦੇ ਨੇ ਉਹਨਾਂ ਨੂੰ ਕਰੋੜਪਤੀ ਕਰਤਾ, ਮੈਂ ਦਾਅਵੇ ਨਾਲ ਕਹਿਣਾ, ਮੈਨੂੰ ਸਾਰੇ ਪੰਜਾਬ ਦੇ ਸਾਹਮਣੇ, ਸਾਰੇ ਪੰਜਾਬ ਦੇ ਚਰਨਾਂ ਦੇ ਉੱਤੇ ਸਿਰ ਰੱਖ ਕੇ ਕਹਿਣਾ ਪੈ ਜਾਣਾ ਵੀ ਕਾਨੂੰਨ ਲਾਗੂ ਕਰੋ, ਅਸੀਂ ਉਸੇ ਵੇਲੇ ਕਾਨੂੰਨ ਲਾਗੂ ਕਰ ਦਾਂਗੇ ਪੰਜਾਬ 'ਚ। ਯਾਰ ਜਿਹੜੇ ਬੰਦੇ 12-12 ਏਕੜ ਵਾਲੇ ਪੰਜਾਬ 'ਚ ਆ ਕੇ ਮਰੂੰਡਾ ਵੇਚ ਕੇ ਰੋਟੀ ਖਾਣ ਡਿਆ, ਪਹਿਲਾਂ ਉਹਨਾਂ ਨੂੰ ਬਣਾ ਲਓ। ਜਿਹੜੀਆਂ ਪੰਜਾਬ ਜਾਂ ਹਰਿਆਣਾ ਤਾਂ ਵੈਸੇ ਵੀ ਸਾਡੇ ਕੋਲ NRI ਭਰਾ ਬਹੁਤ ਨੇ, ਬਹੁਤ ਸਾਰੀ ਇਨਵੈਸਟਮੈਂਟ ਸਾਨੂੰ ਫੋਰਨ ਤੋਂ ਆਉਂਦੀ ਹੈ ਇੱਥੇ, ਅਸੀਂ ਇਸ ਗੱਲ ਨੂੰ ਡਿਨਾਈ ਨਹੀਂ ਕਰਦੇ। ਆਪਦੇ ਘਰਾਂ ਵਾਸਤੇ ਵੀ ਕੋਠੀਆਂ, ਗੱਡੀਆਂ, ਕਾਰਾਂ, ਮਰਸਡੀਜ਼, ਸਾਡਾ ਤਾਂ ਪੰਜਾਬ ਬਹੁਤ ਅਮੀਰ ਹੈ, ਕੋਈ ਰੌਲਾ ਨਹੀਂ, ਸਾਨੂੰ ਐਡਾ ਵੱਡਾ ਮਸਲਾ ਨਹੀਂ ਹੈਗਾ। ਠੀਕ ਹੈ, ਖੁਦਕੁਸ਼ੀਆਂ ਦਾ ਮਸਲਾ, ਪਰ ਐਡਾ ਵੱਡਾ ਮਸਲਾ ਨਹੀਂ ਵੀ ਪੰਜਾਬ ਕੋਈ ਰੋਟੀ ਤੋਂ ਆਤਰ ਬੈਠਾ। ਜਿਹੜੇ ਬੰਦੇ ਰੋਟੀ ਤੋਂ ਆਤਰ ਬੈਠੇ, ਜਿਨ੍ਹਾਂ ਨੇ ਨਿਆਣੇ ਇੱਥੋਂ ਬੋਤਲਾਂ ਚੱਕ ਕੇ ਤੇ ਬੋਤਲਾਂ ਵੀ ਸੌਰੀ ਪਾਣੀ ਦੀਆਂ ਖਾਲੀ ਬੋਤਲਾਂ ਵੇਚ ਕੇ ਜਿਹੜੇ ਰੋਟੀ ਖਾਂਦਾ, ਪਹਿਲਾਂ ਇਹਨਾਂ ਨੂੰ ਤਾਂ ਕਰ ਲਓ ਕਰੋੜਪਤੀ। ਮਸਲਾ ਇਸ ਨਾਲੇ ਰਾਸ਼ਟਰ ਭਗਤੀ ਦਾ ਪਤਾ ਲੱਗ ਜੂਗਾ, ਨਾਲੇ ਪਤਾ ਲੱਗ ਜੂਗਾ ਕਿ ਜਿਹੜਾ ਰਾਸ਼ਟਰਵਾਦ ਹੈ ਇਹ ਦੇਸ਼ ਹਿੱਤ ਨੇ, ਜਿਹਦੀ ਗੱਲ ਮੋਦੀ ਬਾਰ-ਬਾਰ ਕਰਦਾ, ਦੇਸ਼ ਹਿੱਤ ਐਸੇ, ਦੇਸ਼ ਹਿੱਤ ਮੇ ਐਸੇ। ਤੁਹਾਡਾ ਪਤਾ ਲੱਗ ਜੂਗਾ ਤੁਸੀਂ ਕਿੰਨੇ ਕੁ ਦੇਸ਼ ਹਿੱਤ ਆ ਕਿ ਮੂਤ ਪੀਣਾ ਤੇ ਗੋਹਾ ਖਾਣਾ ਹੀ ਦੇਸ਼ ਹਿੱਤ ਆ। ਇਹ ਦੋਵੇਂ ਗੱਲਾਂ 'ਚ ਜਿਹੜਾ ਫਰਕ ਪਤਾ ਲੱਗ ਜੂਗਾ। ਪਹਿਲਾਂ ਕਾਲੇ ਕਾਨੂੰਨ ਯੂਪੀ ਬਿਹਾਰ ਤੇ ਲਾਗੂ ਕਰੋ, ਉਹਨਾਂ ਕਿਸਾਨਾਂ ਨੂੰ ਕਰੋੜਪਤੀ ਬਣਾਓ, ਉਸ ਤੋਂ ਮਗਰੋਂ ਸਾਰੇ ਦੇਸ਼ ਤੇ ਲਾਗੂ ਕਰ ਦਿਓ, ਕੋਈ ਰੌਲਾ ਨਹੀਂ ਹੈਗਾ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਵੀਰ ਪਰਮਪਾਲ ਸਿੰਘ ਜੀ। ਬੜੀ ਸੋਹਣੀ ਇਹਨਾਂ ਨੇ ਗੱਲ ਕਹੀ ਹੈ ਵੀ ਲੰਮਾ ਸਮਾਂ ਜਿਹੜਾ ਹੈਗਾ ਉਹ ਕੌਮ ਆਗੂ ਤੋਂ ਵੀ ਹੋਣੀ ਰਹੀ ਹੈ, ਤੇ ਹੁਣ ਇੱਥੇ ਵੀਰ ਜੀ ਸਾਰੇ ਹੀ ਆਗੂ ਨੇ ਤੇ ਸਾਰੇ ਹੀ ਜਿਹੜੇ ਨੇ ਇੱਥੇ ਪੰਥਕ ਸਭਾ ਦੇ ਵਿੱਚ ਵਿਚਰਦਿਆਂ ਹੋਇਆਂ ਬੜੇ ਸੋਹਣੇ ਪਿਆਰੇ ਢੰਗ ਦੇ ਨਾਲ ਹੈਗਾ ਜਿਹੜਾ ਉਹ ਨੈਗੇਟਿਵਿਟੀ ਬਿਲਕੁਲ ਵੀ ਨਹੀਂ, ਹਰ ਇਨਸਾਨ ਪੋਜ਼ਿਟਿਵ ਤਰੀਕੇ ਦੇ ਨਾਲ ਇੱਥੋਂ ਸੋਚ ਰਿਹਾ ਹੈ। ਵੀਰ ਜੀ ਉਹਨਾਂ ਨੇ ਬੜੀਆਂ ਵਿਚਾਰਾਂ ਸਾਡੇ ਨਾਲ ਸੋਹਣੀਆਂ ਸਾਂਝੀਆਂ ਕੀਤੀਆਂ। ਕੁੰਡਲੀ ਬਾਰਡਰ ਤੋਂ ਸੁਰਖਾਬ TV ਦੇਖ ਰਹੇ ਹੋ, ਅਮਰਪ੍ਰੀਤ ਸਿੰਘ ਗੁੱਜਰਵਾਲ, ਕੈਮਰਾਮੈਨ ਹਰਮਨ ਸਿੰਘ ਗਾਬੜੀਏ ਦੇ ਨਾਲ।